ਸਤਿ ਸ਼੍ਰੀ ਅਕਾਲ ਜੀ। ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਮੈਂ ਹਾਂ ਤੁਹਾਡੇ ਨਾਲ ਪਰਮਵੀਰ ਸਿੰਘ ਔਲਖ। ਤੇ ਸਵਾਲ ਇੱਕ, ਬੰਗਾਲ 'ਚ ਕਿਸ ਦੀ ਬਣੇਗੀ ਸਰਕਾਰ? 4 ਸੂਬੇ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਪੱਛਮੀ ਬੰਗਾਲ 'ਚ TMC ਦੀ 2/3 ਬਹੁਮਤ ਦੇ ਨੇੜੇ ਹੈ। ਤੁਹਾਨੂੰ ਦੱਸ ਦਈਏ ਕਿ 198 ਸੀਟਾਂ ਤੇ TMC ਹੈ ਤੇ 81 ਸੀਟਾਂ ਤੇ BJP ਹੈ। ਹੁਣ ਤੱਕ TMC ਨੂੰ 48% ਤੋਂ ਜ਼ਿਆਦਾ ਜੋ ਨੇ ਉਹ ਵੋਟਾਂ ਮਿਲੀਆਂ ਨੇ। BJP ਨੂੰ 37% ਅਤੇ ਹੋਰਾਂ ਨੂੰ 8% ਵੋਟਾਂ ਜੋ ਨੇ ਉਹ ਮਿਲੀਆਂ ਨੇ। ਸੀਟਾਂ ਜੋ ਨੇ ਉਹ ਆਈਆਂ ਨੇ। खुशी मनाई जा रही है। 198 सीटां ते TMC है। BJP ਨੂੰ 37% वोट मिली है। तुहानूं दस दईए 4 सूबे ते एक केंद्र शासित प्रदेश यानी कि पुंडचेरी दे विच अज गिणती हो रही है सीटां दी। वोटां होईयां सीगियां, गिणती लगातार जारी है ते जश्न दा माहौल तुसीं देख सकदे हो पश्चिमी बंगाल दे विच। TMC ਨੂੰ 2/3 ਬਹੁਮਤ ਮਿਲਿਆ ਹੈ। लगातार 202 सीटां ते जो TMC है वो दिख रही है। 48% जो सीटां ने वो आईयां ने TMC के खाते दे विच। चोण अखाड़ा लगातार भखिया होया है। पश्चिमी बंगाल दी सारे ही देश की नज़र पश्चिमी बंगाल ते सीगी। हालांकि पंजाब की नज़र भी जो है पश्चिमी बंगाल ते सीगी। अड्डी चोटी का हर एक पार्टी वालों जोर लगाया गया है, चाहे वह राहुल गांधी होण, चाहे प्रधानमंत्री नरेंद्र मोदी होण, ते चाहे वो तृणमूल कांग्रेस होवे, ममता बैनर्जी होण। अड्डी चोटी का जोर लगाया गया है इस बार। सो इसे ते चर्चा लई साडे नाल जो चर्चा दे नाल जुड़ चुके ने BJP दे सीनियर आगू रजिंदर भंडारी साहब जुड़ चुके ने। तुहाडा बहुत बहुत स्वागत है जी पंजाब हरियाणा हिमाचल ते नाल साडे कांग्रेस तो विधायक कुलदीप सिंह वैद जुड़ चुके ने। वैद साहब तुहाडा भी बहुत बहुत स्वागत जी पंजाब हरियाणा हिमाचल ते। सब तो पहला गल करांगे भंडारी साहब तुहाडे नाल। लगातार जेकर 1 घंटे पहलां दे अनुमान लगाइए ਤਾਂ BJP ਤੇ TMC ਵਿਚਾਲੇ ਕਾਂਟੇ ਦੀ ਟੱਕਰ ਚੱਲ ਰਹੀ ਸੀ, ਯਾਨੀ ਕਿ 101 ਤੇ 121 ਸੀਟਾਂ ਨੀਅਰ ਅਬਾਊਟ ਚੱਲ ਰਹੀਆਂ ਸੀਗੀਆਂ। ਪਰ ਜੇਕਰ ਹੁਣ ਦੀ ਐਗਜ਼ਿਟ ਪੋਲ ਦੀ ਗੱਲ ਕੀਤੀ ਜਾਵੇ ਤਾਂ 200 ਤੋਂ ਪਾਰ TMC ਪਹੁੰਚ ਚੁੱਕੀ ਹੈ ਤੇ 80 ਤੇ ਸਿਮਟ ਕੇ ਰਹਿਣ ਵਾਲੀ ਹੈ ਜਾਂ ਰਹਿ ਜੇਗੀ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ BJP। ਪਰ ਫਿਲਹਾਲ 80 ਤੇ ਚੱਲ ਰਹੀ ਹੈ। ਕਿਵੇਂ ਦੇਖਦੇ ਹੋ ਸਾਰਾ ਜੋ ਸਿਨੈਰੀਓ ਹੈ, ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ? जी भंडारी जी, मेरी आवाज़ तुहाडे तक पहुंच रही होवे तां तुसीं जरूर। ऐसा है कि जे ट्रेंड्स आ रहे ने प्लस जो परसेंटेज ऑफ वोट्स है ਉਹਦੇ ਵਿੱਚ ਵੀ ਫਰਕ ਹੈ। मैं समझ सकदा कि काफी फर्क आ रहा है TMC और BJP ਦੇ ਵਿੱਚ ਜੀ। ਲੇਕਿਨ ਅਸੀਂ ਇੱਕ ਪਾਰਟੀ ਹੈ ਜਿਹਦੀ ਉਸ ਵੇਲੇ 3 ਸੀਟਾਂ ਸੀ ਆਪਣੇ ਵੈਸਟ ਬੰਗਾਲ 'ਚ। ਅੱਜ 3 ਤੋਂ ਅਸੀਂ 90 ਤੋਂ 100 ਤੋਂ ਉੱਤੇ ਵੀ ਜਾਂਦੇ ਦਿਖਾਈ ਦੇ ਰਹੇ ਹਾਂ। ਇੱਕ ਬੜਾ ਵੱਡੀ ਜਿਹੜਾ ਪਾੜਾ ਅਸੀਂ ਜਿਹੜਾ ਹੈਗਾ ਜਾਂ ਇੱਕ ਪੈਂਡਾ ਜਿਹੜਾ ਪੈਂਡਾ ਅਸੀਂ ਕਵਰ ਕੀਤਾ। ਔਰ ਦੂਜੇ ਪਾਸੇ ਸਿੱਧੀ ਲੜਾਈ TMC ਔਰ BJP 'ਚ ਹੀ ਰਹੀ। ਕਿੱਥੇ ਹੈ ਕਾਂਗਰਸ, ਕਿੱਥੇ ਹੈ ਲੈਫਟ, ਜਿਹਨੇ 5 ਟਰਮਸ ਇਸ ਵੈਸਟ ਬੰਗਾਲ ਦੇ ਵਿੱਚ ਜਿਹੜਾ ਹੈਗਾ ਰਾਜ ਕੀਤਾ। ਜਾਂ ਤਾਂ ਉਹਦਾ ਇੱਕ ਗੱਲ ਹੈ ਵੀ ਉਹਨਾਂ ਦਾ ਸੁਪਨਾ ਵੈਸੇ ਹੀ ਸਾਫ਼ ਹੋ ਗਿਆ, ਜਾਂ ਫਿਰ ਜਿਹੜੇ ਰਾਜਨੀਤਿਕ ਵਿਸ਼ੇਸ਼ज्ञ ਕਹਿ ਰਹੇ ਆ ਕਿ ਉਹਨਾਂ ਨੇ ਸਾਰੀ ਵੋਟ ਆਪਣੀ TMC ਨੂੰ ਸ਼ਿਫਟ ਕਰਤੀ, ਕਿਉਂਕਿ ਉਹਨਾਂ ਦਾ ਉਹ ਕਹਿੰਦੇ ਨਾ ਵੀ ਲੈਸਰ ਈਵਲ ਉਹਨਾਂ ਵਾਸਤੇ TMC ਸੀ ਔਰ ਉਹਨਾਂ ਦਾ ਮੇਜਰ ਦੁਸ਼ਮਣ ਜਿਹੜਾ ਹੈਗਾ ਉਹ BJP ਹੈ। ਕੇਵਲ ਬੰਗਾਲ 'ਚ ਨਹੀਂ, ਲੈਫਟ ਔਰ ਕਾਂਗਰਸ ਵਾਸਤੇ ਸਾਰੇ ਹਿੰਦੁਸਤਾਨ ਦੇ ਵਿੱਚ।
ਉਹ ਲਗਭਗ ਚੀਜ਼ਾਂ ਆ ਰਹੀਆਂ। ਲੇਕਿਨ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਚਾਹੇ ਅਸੀਂ ਸਰਕਾਰ ਨਾ ਬਣਾ ਸਕੀਏ, ਲੇਕਿਨ ਇੱਕ ਐਸਾ ਪੈਂਡਾ ਕਵਰ ਕਰਕੇ ਇੱਕਦਮ 3 ਸੀਟਾਂ ਤੋਂ ਅਸੀਂ ਜਾ ਕੇ 3 ਫਿਗਰ ਦੀ ਸੀਟਾਂ 'ਚ ਜੇ ਪਹੁੰਚ ਜਾਂਦੇ ਹਾਂ, ਜਾਂ ਲਗਭਗ ਜਿੰਨੀਆਂ ਅੱਜ ਵੀ ਮੰਨ ਲਓ, ਹੁਣ ਵੀ ਮੰਨ ਲਓ 88 ਸੀਟਾਂ ਤੇ ਪਹੁੰਚ ਜਾਂਦੇ हैं, ਇਹ ਸਾਡੀ ਬੜੀ ਵੱਡੀ ਪ੍ਰਾਪਤੀ ਹੈ ਜੀ। ਵੈਦ ਸਾਹਿਬ ਕੋ ਚੱਲਦੇ ਹਾਂ ਜੀ। ਵੈਦ ਸਾਹਿਬ, ਕਿਹਾ ਸੱਚ ਹੋ ਰਿਹਾ ਹੈ ਪ੍ਰਸ਼ਾਂਤ ਕਿਸ਼ੋਰ ਦਾ ਕਿ 100 ਤੋਂ ਵੱਧ ਬੀਜੇਪੀ ਨਹੀਂ ਟੱਪਦੀ। ਹਾਲਾਂਕਿ ਪਹਿਲੋਂ ਵੀ ਗੱਲਬਾਤ ਹੋਈ ਹੈ, ਪ੍ਰਿੰਸ ਖੁੱਲਰ ਹੋਰੀ ਸੀਗੇ ਨਾਲ ਸਾਡੇ, ਤੇ ਨਾਲ ਡਾਕਟਰ ਸੁਭਾਸ਼ ਸ਼ਰਮਾ ਜੀ ਵੀ ਸੀਗੇ ਬੀਜੇਪੀ ਤੋਂ ਸਾਡੇ ਨਾਲ, ਉਦੋਂ ਵੀ ਵਾਰਤਾਲਾਪ ਚੱਲੀ ਹੈ। ਕੀ ਲੱਗਦਾ ਹੈ ਕਾਂਗਰਸ ਕਿੱਥੇ ਫੇਲੀਅਰ ਰਿਹਾ ਹੈ ਕਾਂਗਰਸ ਦਾ, ਕਿ 10 ਸਾਲਾਂ ਤੋਂ ਬਾਅਦ ਵੀ ਅੱਜ ਕਾਂਗਰਸ ਉੱਥੇ ਹੀ ਖੜੀ ਹੈ ਜਿੱਥੇ 10 ਸਾਲ ਪਹਿਲਾਂ ਸੀਗੀ? ਕਿਸ ਦਾ ਫੇਲੀਅਰ ਮੰਨਦੇ ਹੋ? ਦੇਖੋ ਇਸ ਤਰ੍ਹਾਂ ਹੈ, ਹਾਂਜੀ, ਜਿਹੜੀ ਭੰਡਾਰੀ ਸਾਹਿਬ ਨੇ ਗੱਲ ਕਹੀ ਹੈ, ਪਹਿਲਾਂ ਤਾਂ ਮੈਂ ਉਹਦਾ ਜਵਾਬ ਦੇ ਦਿਆਂ ਜੀ। ਇਹ ਬਿਲਕੁਲ, ਇਹ ਮੈਨੂੰ ਇਸ ਚੈਨਲ ਤੇ ਆਉਣ ਤੋਂ ਪਹਿਲਾਂ ਹੀ ਪਤਾ ਸੀ ਕਿ ਬੀਜੇਪੀ ਦਾ ਕੋਈ ਵੀ ਜਿਹੜਾ ਪੈਨਲਿਸਟ ਹੋਏਗਾ ਉਹ ਕਹੇਗਾ ਕਿ ਅਸੀਂ ਜੀ 2 ਜਾਂ 3 ਸੀਟਾਂ ਤੋਂ 80 ਸੀਟਾਂ ਤੇ ਪਹੁੰਚੇ। ਲੇਕਿਨ ਜੇ ਤੁਸੀਂ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸ਼੍ਰੀ ਅਮਿਤ ਸ਼ਾਹ, ਮਿਸਟਰ ਨੱਡਾ ਦੀਆਂ ਜੇ ਤੁਸੀਂ ਸਟੇਟਮੈਂਟਾਂ ਪਿਛਲੇ 4 ਮਹੀਨਿਆਂ ਦੀਆਂ ਸੁਣੋ, ਉਹਨਾਂ ਦੀਆਂ ਵੀਡੀਓਜ਼ ਦੇਖੋ ਅਲਗ ਸਾਹਿਬ, ਤਾਂ ਉਹ ਕਹਿੰਦੇ ਸੀ ਕਿ ਅਸੀਂ 100% ਵੈਸਟ ਬੰਗਾਲ ਵਿੱਚ ਸਰਕਾਰ ਬਣਾਵਾਂਗੇ। 294 ਚੋਂ 292 ਤੇ ਇਲੈਕਸ਼ਨ ਹੋਇਆ, ਇਹ 292 ਚਾਹੁੰਦੇ ਸੀ ਲੈਣੀਆਂ, 292 ਤੇ ਫਿਲਹਾਲ ਜੋ ਟੀਵੀ ਦੇ ਉੱਤੇ ਟ੍ਰੈਂਡ ਆ ਰਿਹਾ ਉਹ 84 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਏ ਆ। ਬੇਸ਼ੱਕ ਆਪਾਂ ਕਿੱਥੇ ਹੈ, ਆਪਾਂ ਕਿੱਥੇ ਹੈ ਜੀ। ਬਿਲਕੁਲ ਭੰਡਾਰੀ ਸਾਹਿਬ, ਆਪਾਂ ਜਵਾਬ ਜ਼ਰੂਰ ਲਵਾਂਗੇ ਤੁਹਾਡੇ ਤੋਂ, ਉਹਨਾਂ ਨੂੰ ਪੂਰਾ ਕਰ ਲੈਂਦੇ ਹੋ, ਤੁਹਾਡੇ ਕੋਲ ਵੀ ਜ਼ਰੂਰ ਆਵਾਂਗੇ। ਨਹੀਂ ਨਹੀਂ, ਇਹ ਆਪਾਂ ਕਿੱਥੇ ਹੈ, ਕਾਂਗਰਸ ਜੀ, ਉਹ ਵੀ ਪੁੱਛਦੇ ਆ, ਉਹ ਵੀ ਪੁੱਛਾਂਗੇ ਜੀ। ਵੈਦ ਸਾਹਿਬ ਕੰਟੀਨਿਊ ਕਰੋ ਤੁਸੀਂ। ਇੱਧਰ ਦੂਜੀਆਂ ਗੱਲਾਂ। ਭੰਡਾਰੀ ਸਾਹਿਬ, ਤੁਸੀਂ ਸਿਆਣੇ ਬੰਦੇ ਹੋ ਯਾਰ, ਪ੍ਰੋਫੈਸਰ ਰਹੇ ਹੋ ਤੁਸੀਂ, ਮੈਂ ਤੁਹਾਡੀ ਗੱਲ ਧਿਆਨ ਨਾਲ ਸੁਣੀ, ਮੈਂ ਤਾਂ ਵਿੱਚ ਬੋਲਿਆ ਹੀ ਨਹੀਂ। ਚਲੋ ਸੁਣ ਲਓ ਮੈਂ ਜੀ। ਵੈਦ ਸਾਹਿਬ ਜੀ ਕੰਟੀਨਿਊ ਕਰੋ ਤੁਸੀਂ। ਠੀਕ ਹੈ ਸਰ, ਠੀਕ ਹੈ ਸਰ, ਠੀਕ ਹੈ ਸਰ, ਤੁਸੀਂ ਪਲੀਜ਼ ਕੈਰੀ ਔਨ, ਪਲੀਜ਼ ਕੈਰੀ ਔਨ। ਔਲਖ ਸਾਹਿਬ, ਭੰਡਾਰੀ ਸਾਹਿਬ ਨੂੰ ਕੋ ਪਹਿਲਾਂ ਹੀ ਬੋਲ ਲੈਣ। ਜੀ ਜੀ ਜੀ, ਨਹੀਂ ਉਹ ਚੁੱਪ ਕਰਕੇ ਨੇ ਜੀ, ਤੁਸੀਂ ਕਰੋ, ਤੁਸੀਂ ਕੰਟੀਨਿਊ ਕਰੋ ਵੈਦ ਸਾਹਿਬ। ਚਲੋ ਚਲੋ। ਇਹ ਜਿਹੜਾ ਵੈਸਟ ਬੰਗਾਲ ਦਾ ਰਿਜ਼ਲਟ ਆਇਆ ਨਾ, ਭੰਡਾਰੀ ਸਾਹਿਬ, ਕਾਂਗਰਸ ਕਿੱਥੇ ਖੜੀ ਹੈ ਉਸ ਟੀਵੀ ਸਕਰੀਨ ਦੇ ਉੱਪਰ ਖੜੀ ਹੈ, ਦੱਸਣ ਦੀ ਜ਼ਰੂਰਤ ਹੀ ਨਹੀਂ। ਉਹ ਜੋ ਸੀਟਾਂ ਸਾਨੂੰ ਆਈਆਂ ਨੇ ਉਹਦੇ ਬਾਰੇ ਐਨਾਲਿਸਿਸ ਹੋ ਗਿਆ, ਉਹ ਸਾਨੂੰ ਪਤਾ ਹੈ ਕੌਣ ਕਿੱਥੇ ਫੇਲਰ ਹੈ, ਕਿੱਥੇ ਫੇਲਰ ਨਹੀਂ। ਗੱਲ ਤਾਂ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਅਮਿਤ ਸ਼ਾਹ, ਹੋਮ ਮਿਨਿਸਟਰ, ਗੱਲ ਤਾਂ ਨੱਡਾ ਸਾਹਿਬ ਤੁਹਾਡੇ ਹਿੰਦੁਸਤਾਨ ਦੇ ਪ੍ਰਧਾਨ ਦੀ ਹੈ, ਜਿਹੜੇ ਕਹਿੰਦੇ ਸੀ ਕਿ 5 ਦੀਆਂ 5 ਸਟੇਟਾਂ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ। ਵੈਸਟ ਬੰਗਾਲ ਨੂੰ ਤਾਂ ਇਸ ਤਰ੍ਹਾਂ ਇਲੈਕਸ਼ਨ ਲੜੀ ਜਿਵੇਂ ਸ਼ਾਇਦ ਮੋਦੀ ਸਾਹਿਬ ਕੋਈ ਵਰਲਡ ਦੀ ਇਲੈਕਸ਼ਨ ਲੜਦੇ ਹੋਣ। ਤੁਸੀਂ 292 ਤੋਂ 85 ਸੀਟਾਂ ਦੇ ਉੱਤੇ ਅੱਜ ਜੋ ਟੀਵੀ ਐਨਡੀਟੀਵੀ ਤੇ ਜੋ ਰਿਜ਼ਲਟ ਮੈਂ ਦੇਖ ਰਿਹਾ ਉਹ ਆਏ ਨੇ। ਕਾਂਗਰਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਵੀ ਐਕਸੈਪਟ, ਬਿਲਕੁਲ ਅਸੀਂ ਚੰਗੀ ਤਰ੍ਹਾਂ ਜਿੱਥੇ ਅਸੀਂ ਫੇਲ ਹੋਏ ਆ ਉਹਨੂੰ ਅਸੀਂ ਐਕਸੈਪਟ ਕਰਦੇ ਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਮੈਂ ਤੀਜੀ ਵਾਰੀ ਰਿਪੀਟ ਕਰ ਰਿਹਾ, ਮਸਲਾ ਤਾਂ ਇਹ ਹੈ ਕਿ ਹਿੰਦੁਸਤਾਨ ਦੇ ਲੋਕਾਂ ਨੇ 5 ਸਟੇਟਾਂ ਦੇ ਵਿੱਚ ਸਿਰਫ ਅਸਾਮ ਨੂੰ ਛੱਡ ਕੇ ਬਾਕੀ 4 ਸਟੇਟਾਂ ਦੇ ਵਿੱਚ ਜਿਹੜਾ ਪ੍ਰੈਜ਼ੈਂਟ ਸਿਨੈਰੀਓ ਰਿਜ਼ਲਟ ਆ ਰਿਹਾ ਉਹ ਬੀਜੇਪੀ ਦੇ ਖਿਲਾਫ, ਮੈਂ ਪਾਰਟੀ ਦੇ ਖਿਲਾਫ ਨਹੀਂ ਮੈਨੂੰ ਕਹਿਣਾ ਚਾਹੀਦਾ, ਉਹ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀਆਂ ਗਲਤ ਨੀਤੀਆਂ ਦੇ ਖਿਲਾਫ ਉਹ ਇੱਕ ਫਤਵਾ ਦਿੱਤਾ ਹੈ ਹਿੰਦੁਸਤਾਨ ਦੇ ਲੋਕਾਂ ਨੇ, ਚਾਹੇ ਉਹ ਤਮਿਲਨਾਡੂ ਆ, ਚਾਹੇ ਉਹ ਪਾਡੂਚੇਰੀ ਹੈ, ਚਾਹੇ ਉਹ ਆਪਣਾ ਕੇਰਲਾ ਆ, ਚਾਹੇ ਉਹ ਵੈਸਟ ਬੰਗਾਲ ਹੈ। ਵੈਸਾ ਮੈਂ ਇੱਥੇ 1 ਮਿੰਟ ਤੁਹਾਨੂੰ ਰੋਕਣਾ ਚਾਹਾਂਗਾ। ਸਾਡੇ ਨਾਲ ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਜੁੜ ਚੁੱਕੇ ਨੇ, ਤੇ ਸਾਡੇ ਨਾਲ ਐਸੋਸੀਏਟ ਐਡੀਟਰ ਜਗਦੀਪ ਸੰਧੂ ਜੀ ਵੀ ਉਹ ਵੀ ਜੁੜ ਚੁੱਕੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ। ਜੀ ਤੁਸੀਂ ਕੰਟੀਨਿਊ ਕਰ ਸਕਦੇ ਹੋ ਵੈਦ ਸਾਹਿਬ। ਸੋ ਇਸ ਕਰਕੇ ਜਿਹੜੀ ਬੀਜੇਪੀ ਅੱਜ ਖੁਸ਼ੀ ਮਨਾ ਰਹੀ ਹੈ, ਇਹਨਾਂ ਨੇ ਕਹਿਣੇ ਸੀ ਉਹ ਤਾਂ ਮੈਂ ਤੁਹਾਨੂੰ ਟੀਵੀ ਤੇ ਆਉਣ ਤੋਂ ਪਹਿਲਾਂ ਵੀ ਕਿਹਾ ਸੀ ਕਿ ਇਹ ਕਹਿਣਗੇ ਜੀ ਅਸੀਂ 2 ਸੀਟਾਂ ਤੋਂ 85 ਸੀਟਾਂ ਤੇ ਆ ਗਏ। ਬਿਲਕੁਲ ਇਹਦੇ 'ਚ ਕੋਈ ਦੋ ਰਾਮਾ ਨਹੀਂ। ਮਸਲਾ ਤੇ ਇਹ ਹੈ ਕਿ 294 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਮੋਦੀ ਸਾਹਿਬ ਕਹਿੰਦੇ ਸੀ ਅਸੀਂ ਕਰਾਂਗੇ, ਅਮਿਤ ਸ਼ਾਹ ਕਹਿੰਦੇ ਸੀ 292 ਤੋਂ ਇਹ ਹੁਣ 85 ਸੀਟਾਂ ਤੇ ਆ ਕੇ ਖੜ ਗਏ ਆ। ਸੋ ਮਸਲਾ ਤੇ ਇਹ ਹੈ, ਕਾਂਗਰਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ, ਉਹਦੇ ਬਾਰੇ ਦੱਸਣ ਦੀ ਜ਼ਰੂਰਤ ਨਹੀਂ। ਐਂਡ ਵੀ ਐਕਸੈਪਟ ਵੈਸੇ ਸਭ ਸਵਾਲ ਤੇ ਇਹ ਹੈ ਨਾ ਕਿ 10 ਸਾਲਾਂ ਬਾਅਦ ਵੀ ਅੱਜ ਕਾਂਗਰਸ ਉੱਥੇ ਖੜੀ ਹੈ। ਤੁਸੀਂ 10 ਸਾਲਾਂ 'ਚ ਵੀ ਕਾਂਗਰਸ ਤੇ ਲੋਕਾਂ ਨੂੰ ਜੋ ਹੈ ਵਿਸ਼ਵਾਸ ਨਹੀਂ ਹੋ ਸਕਿਆ।
ਨਹੀਂ ਹੋ ਸਕਿਆ ਔਲਖ ਸਾਹਿਬ, ਬਿਲਕੁਲ ਇਹ ਗੱਲ ਟਰੁੱਥ ਹੈ। ਵੈਸਟ ਬੰਗਾਲ ਦੇ ਵਿੱਚ ਕਿਉਂਕਿ ਤ੍ਰਿਣਮੂਲ ਕਾਂਗਰਸ ਆ ਜਿਹੜੀ ਹੈ ਤਾਂ ਕਾਂਗਰਸ ਤੋਂ ਵਿੱਚੋਂ ਹੀ ਗਏ ਹੋਏ ਮਮਤਾ ਜੀ, ਉੱਥੇ ਉਹ ਬਹੁਤ ਸਟਰੋਂਗ ਹੈ, ਉਹਨਾਂ ਨੇ ਉੱਥੇ ਬਹੁਤ ਅੱਛਾ ਕੰਮ ਕੀਤਾ, ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਹੈ। ਜੀ ਜੀ ਬਿਲਕੁਲ। ਮੈਂ ਜਗਦੀਪ ਸੰਧੂ ਜੀ ਸਾਡੇ ਐਸੋਸੀਏਟ ਐਡੀਟਰ ਹੈ, ਉਹਨਾਂ ਨੂੰ ਜ਼ਰੂਰ ਕਹਾਂਗਾ ਕਿ ਉਹ ਵੀ ਆਪਣੇ ਸਵਾਲ ਜ਼ਰੂਰ ਲੈਣ। ਸ਼ੁਕਰੀਆ ਪਰਮ। ਪਰਮ, ਪਹਿਲਾ ਸਵਾਲ ਇਹ ਬਣਦਾ ਕਿ ਅੱਜ ਦੀ ਚਰਚਾ ਕਿਉਂ ਹੋ ਰਹੀ ਹੈ। ਇਲੈਕਸ਼ਨ ਬੰਗਾਲ 'ਚ ਜੋ ਕਿ ਕਰੀਬ 1784 ਕਿਲੋਮੀਟਰ ਚੰਡੀਗੜ੍ਹ ਤੋਂ ਹੈ, ਲੇਕਿਨ ਉਹਦਾ ਸਿੱਧਾ ਅਸਰ ਜਿਹੜਾ ਉਹ ਪੰਜਾਬ ਦੀ ਰਾਜਨੀਤੀ ਤੇ ਕਿਵੇਂ ਪਏਗਾ ਉਸ ਬਾਰੇ ਅਸੀਂ ਡਿਸਕਸ਼ਨ ਕਰ ਰਹੇ ਹਾਂ। ਜੀ ਬਿਲਕੁਲ। ਚੰਡੀਗੜ੍ਹ ਤੋਂ ਕਲਕੱਤਾ ਜਿਹੜਾ 1800 ਕਿਲੋਮੀਟਰ ਹੈ, ਲੇਕਿਨ ਇਹ ਰਿਜ਼ਲਟ ਜਿਹੜੇ ਆ ਅਗਲੇ ਸਾਲ ਦੀ ਇਲੈਕਸ਼ਨ ਦੇ ਲਈ ਇੱਕ ਮੁੱਢ ਬਣਨਗੇ, ਕਿਉਂਕਿ ਪੂਰੀ ਅਸੀਂ ਦੇਖਿਆ ਸੈਂਟਰ ਸਰਕਾਰ ਜਿਹੜੀ ਸੀ, ਬੀਜੇਪੀ ਪਾਰਟੀ, ਸਭ ਜਿਹੜੇ ਸੀਗੇ ਉਹ ਕਲਕੱਤਾ 'ਚ ਡੇਰਾ ਲਾਈ ਬੈਠੇ ਸੀ, ਵੈਸਟ ਬੰਗਾਲ ਡੇਰਾ ਲਾਇਆ ਹੋਇਆ ਸੀ, ਔਰ ਖਾਸ ਤੌਰ ਤੇ ਜਿਹੜੇ ਕਿਸਾਨ ਉੱਥੇ ਗਏ ਸੀ ਕੈਂਪੇਨਿੰਗ ਕਰਨ ਦੀ, ਉਹਨਾਂ ਦਾ ਕਿੰਨਾ ਅਸਰ ਹੋਏਗਾ, ਕਿਉਂਕਿ ਦੇਖਿਆ ਗਿਆ ਕਿਸਾਨ ਲਗਾਤਾਰ ਵੈਸਟ ਬੰਗਾਲ ਜਾ ਕੇ ਜਗ੍ਹਾ ਤੇ ਬੀਜੇਪੀ ਦੇ ਜਿਹੜਾ ਅਗੇਂਸਟ ਪ੍ਰਚਾਰ ਕਰ ਰਹੇ ਸੀ, ਕਿ ਉਹਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਪਏਗਾ। ਉਹ ਤੀਸਰਾ ਸਵਾਲ ਜਿਹੜਾ ਲਗਾਤਾਰ ਉੱਠ ਰਿਹਾ ਹੈ ਕਿ ਜੋ ਬਹੁਤ ਸਾਰੇ ਪੋਲੀਟੀਕਲ ਐਨਾਲਿਸਟ ਕਹਿ ਰਿਹਾ ਕਿ ਕੀ ਬੀਜੇਪੀ ਦੇ ਲਈ ਵੈਸਟ ਬੰਗਾਲ ਜਿਹੜਾ ਵਾਟਰਲੂ ਸਾਬਤ ਹੋਏਗਾ। ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਵਾਟਰਲੂ ਹੁੰਦਾ ਕੀ ਹੈ। ਵਾਟਰਲੂ ਬੈਲਜੀਅਮ ਦੀ ਉਸ ਜਗ੍ਹਾ ਦਾ ਨਾਮ ਹੈ ਜਿਸ ਨੂੰ ਇੱਕ ਸਿੰਬੋਲਿਕ, ਇੱਕ ਇਤਿਹਾਸਿਕ ਪੱਖ ਨਾਲੋਂ ਜਾਣਿਆ ਜਾਂਦਾ ਹੈ। ਜਿਹੜਾ ਦੁਨੀਆ ਦਾ ਮਹਾਨ ਯੋਧਾ ਨੈਪੋਲੀਅਨ ਬੋਨਾਪਾਰਟੇ ਜਦ ਦੁਨੀਆ ਜਿੱਤ ਕੇ ਵਾਟਰਲੂ ਪਹੁੰਚਿਆ ਸੀ ਤੇ ਵਾਟਰਲੂ ਤੋਂ ਉਹਦਾ ਹਾਰ ਦਾ ਪਤਨ ਸ਼ੁਰੂ ਹੋਇਆ ਸੀ, ਔਰ ਉਸ ਤੋਂ ਬਾਅਦ ਜਿਹੜੀ 13 ਸਾਲ ਦੀ ਲੜਾਈ ਜਿਸ ਕਰੀਬ 50 ਲੱਖ ਲੋਕਾਂ ਦੀ ਜਾਨ ਗਈ ਸੀ, ਉਸ ਤੋਂ ਬਾਅਦ ਨੈਪੋਲੀਅਨ ਬੋਨਾਪਾਰਟੇ ਦੀ ਹਾਰ ਦਾ ਕਾਰਨ ਬਣਿਆ ਸੀ। ਸੋ ਜਿਹੜੇ ਪੋਲੀਟੀਕਲ ਐਨਾਲਿਸਟ ਆ ਉਹ ਇਹ ਕਹਿ ਰਿਹਾ ਕਿ ਕੀ ਵਾਟਰਲੂ ਦੀ ਬੈਟਲ ਸਾਬਤ ਹੋਏਗੀ ਇਹ ਜਿਹੜੀ ਵੈਸਟ ਬੰਗਾਲ ਦੀ ਲੜਾਈ ਸੀ ਬੀਜੇਪੀ ਲਈ। ਇਸ ਬਾਰੇ ਜਿਹੜੇ ਆ ਬਹੁਤ ਸਾਰੇ ਸੰਸ਼ੇ ਜਿਹੜੇ ਆ ਉਹ ਹੋ ਰਹੇ ਆ। ਖਾਸ ਤੌਰ ਤੇ ਇੱਕ ਜਿਹੜਾ ਫੈਕਟਰ ਰਹੇਗਾ ਪ੍ਰਸ਼ਾਂਤ ਕਿਸ਼ੋਰ ਫੈਕਟਰ, ਕਿਉਂਕਿ ਲਗਾਤਾਰ ਪੰਜਾਬ 'ਚ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਉਣ ਤੇ ਕਿੰਤੂ ਪ੍ਰਿੰਤੂ ਹੋ ਰਿਹਾ ਸੀ ਕਾਂਗਰਸ ਦੇ ਵਿੱਚ, ਲੇਕਿਨ ਜਿਸ ਤਰ੍ਹਾਂ ਪ੍ਰਸ਼ਾਂਤ ਕਿਸ਼ੋਰ ਨੇ ਉੱਥੇ ਮਮਤਾ ਬੈਨਰਜੀ ਦੀ ਮਦਦ ਕੀਤੀ ਔਰ ਇੱਕ ਦਾਅਵਾ ਕੀਤਾ ਗਿਆ ਸੀ ਕਿ ਅਗਰ ਬੀਜੇਪੀ 100 ਤੋਂ ਜ਼ਿਆਦਾ ਸੀਟ ਲੈ ਜਾਏਗੀ ਵੈਸਟ ਬੰਗਾਲ ਤੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਜਿਨ੍ਹਾਂ ਨੂੰ ਪੀਕੇ ਕਹਿੰਦੇ ਆ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ, ਉਹ ਆਪਣੀ ਜਿਹੜਾ ਪੋਲੀਟੀਕਲ ਸਟ੍ਰੈਟਜਿਸਟ ਹੈ ਉਹ ਆਪਣਾ ਪ੍ਰੋਫੈਸ਼ਨ ਛੱਡ ਦੇਣਗੇ। ਸੋ ਇਹ ਸਾਰੀ ਜਿਹੜੀ ਇਲੈਕਸ਼ਨ ਹੋਈ ਹੈ ਜੋ ਉੱਥੇ ਰਿਜ਼ਲਟਸ ਆ ਰਹੇ ਆ, ਹਾਲਾਂਕਿ ਅਜੇ ਬਹੁਤ ਦੂਰ ਹੈ ਰਿਜ਼ਲਟਸ, ਜਿਹੜੇ ਫਾਈਨਲ ਰਿਜ਼ਲਟ ਨਹੀਂ ਆਏ, ਲੇਕਿਨ TMC ਨੂੰ ਕਰੀਬ 207 ਸੀਟਾਂ ਤੇ ਲੀਡ ਮਿਲ ਚੁੱਕੀ ਹੈ ਔਰ ਬੀਜੇਪੀ ਲਗਭਗ 80 ਸੀਟਾਂ ਦੇ ਆਸ-ਪਾਸ ਘੁੰਮ ਰਹੀ ਹੈ। ਸੋ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਜਿਹੜੀ ਬੰਗਾਲ ਦੀ ਜਿਹੜੀ ਲੜਾਈ ਸੀ ਉਹਦਾ ਪੰਜਾਬ ਦੀ ਲੜਾਈ ਤੇ ਕੀ ਅਸਰ ਪਊਗਾ, ਕਿਉਂਕਿ ਬਾਰ-ਬਾਰ ਕਿਹਾ ਜਾਂਦਾ ਹੈ ਕਿ ਬੰਗਾਲ ਔਰ ਪੰਜਾਬ ਦਾ ਜਿਹੜਾ DNA ਕਾਫੀ ਮਿਲਦਾ ਹੈ, ਕਿਉਂਕਿ ਦੋਨੋਂ ਜਿਹੜੇ ਉੱਥੋਂ ਦੇ ਕਲਚਰ ਨੇ, ਦੋਨੋਂ ਦੇ ਲੋਕ, ਦੋਨਾਂ ਜਗ੍ਹਾ ਦੇ ਲੋਕ ਐਗਰੈਸਿਵ ਮੰਨੇ ਜਾਂਦੇ ਆ। ਸੋ ਹੁਣ ਦੇਖਣ ਵਾਲ ਦੇਖਿਆ ਜਾਵੇ ਤੇ ਕਾਂਗਰਸ ਜਿਹੜੀ ਸ਼ਾਇਦ ਖਾਤਾ ਵੀ ਨਹੀਂ ਖੋਲ ਪਾਏਗੀ ਜਾਂ 2-3 ਸੀਟਾਂ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਨੇ, ਲੇਕਿਨ ਉਸ ਦੇ ਬਾਵਜੂਦ ਕਾਂਗਰਸ ਪੰਜਾਬ 'ਚ ਬੜੀ ਖੁਸ਼ ਹੋ ਰਹੀ ਹੈ ਕਿ ਬੀਜੇਪੀ ਦੀ ਜਿਹੜੀ ਹਾਰ ਹੋਏਗਾ ਉਹਦਾ ਸਿੱਧਾ ਫਾਇਦਾ ਜਿਹੜਾ ਇੱਥੇ ਮਿਲੇਗਾ। ਸੋ ਹੁਣ ਸੋਚਣ ਦੀ ਗੱਲ ਇਹ ਹੈ ਕਿ ਬੰਗਾਲ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਪੰਜਾਬ ਦੀ ਇਲੈਕਸ਼ਨ 'ਚ ਕੀ ਇੰਪੈਕਟ ਪਏਗਾ। ਪਰ ਜੀ ਬਿਲਕੁਲ, ਸਵਾਲ ਇਹੀ ਵੱਡਾ ਹੈ ਕਿ ਪੰਜਾਬ ਦੇ ਵਿੱਚ ਆਖਰ 2022 ਦੇ ਵਿੱਚ ਕਿਸ ਦਾ ਪਰਚਮ ਲਹਿਰਾਏਗਾ। ਸਾਡੇ ਨਾਲ ਜੈ ਕਿਸ਼ਨ ਰੋੜੀ ਵੀ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ। ਸਭ ਤੋਂ ਪਹਿਲਾ ਸਵਾਲ ਜੋ ਹੈ ਉਹ ਭਾਜਪਾ ਤੋਂ ਲੈ ਲੈਂਦੇ ਆ, ਭੰਡਾਰੀ ਸਾਹਿਬ ਤੋਂ। ਜੀ ਭੰਡਾਰੀ ਸਾਹਿਬ, ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਲੱਗਦਾ ਹੈ, ਜਿਵੇਂ ਕਿ ਜਗਦੀਪ ਸੰਧੂ ਹੋਰਾਂ ਨੇ ਕਿਹਾ ਕਿ ਕਿਸਾਨਾਂ ਦਾ ਅਹਿਮ ਰੋਲ ਰਿਹਾ ਹੈ ਉੱਥੇ, ਬੀਜੇਪੀ ਨੂੰ ਜੋ ਪਿਛੜੀ ਹੈ ਉੱਥੇ, ਕਿਉਂਕਿ 100 ਤੋਂ ਵੱਧ ਸੀਟਾਂ ਕਹੀਆਂ ਜਾ ਰਹੀਆਂ ਸੀਗੀਆਂ, ਪਰ ਹੁਣ ਜੋ ਹੈ 84 ਦੇ ਏਡ-ਗੇੜ ਚੱਲ ਰਿਹਾ, ਕਿਉਂਕਿ ਜੇਕਰ 2 ਘੰਟਿਆਂ ਦੀ ਪਹਿਲਾਂ ਦੀ ਗੱਲ ਕਰੀਏ ਤਾਂ ਕਾਂਟੇ ਦੀ ਟੱਕਰ ਸੀਗੀ, 121 ਤੇ 105 ਨੀਅਰ ਅਬਾਊਟ ਚੱਲ ਰਹੀਆਂ ਸੀਗੀਆਂ ਸੀਟਾਂ। ਕਿਸਾਨ ਤਾਂ ਅਸਾਮ 'ਚ ਵੀ ਗਏ, ਕਿਸਾਨ ਤਾਂ ਅਸਾਮ 'ਚ ਵੀ ਗਏ, ਉੱਥੇ ਕੀ ਕਹੋਗੇ? ਉੱਥੇ ਤਰੁਣ ਗੋਗੋਈ ਦੀ ਜਿੱਤ ਹੋਈ ਹੈ ਭੰਡਾਰੀ ਸਾਹਿਬ। ਤਰੁਣ ਗੋਗੋਈ ਜਿਹੜਾ 2001 ਤੋਂ ਲੈ ਕੇ 2016 ਤੱਕ ਕਾਂਗਰਸ ਦਾ ਚੀਫ ਮਿਨਿਸਟਰ ਸੀ, ਉੱਥੇ ਪਿਛਲੀ ਵਾਰੀ ਜਿਹੜਾ ਚੀਫ ਮਿਨਿਸਟਰ ਸੀ ਔਰ ਬੀਜੇਪੀ ਲੜ ਰਹੀ ਸੀ ਉੱਥੇ, ਕਿ ਤਰੁਣ ਗੋਗੋਈ ਲੜ ਰਿਹਾ ਸੀ? ਦੇਖੋ ਐਵੇਂ ਉਹ ਛੱਡੋ ਜੀ, ਚਲੋ ਜੀ ਤੁਸੀਂ ਆਪਣੀ ਗੱਲ ਰੱਖੀ, ਅਸੀਂ ਕੀ ਕਹਿਣਾ। ਇਹ ਦੇਖੋ ਐਵੇਂ ਨਾ ਕੁਝ ਚੀਜ਼ਾਂ ਨੂੰ, ਕੁਝ ਫੈਕਟਰਸ ਨੂੰ ਨਾ ਜਿੰਨਾ ਹੈਗਾ ਉਨਾ ਕੀ ਰੱਖਣਾ ਚਾਹੀਦਾ, ਐਉਂ ਸਟੈਚ ਨਹੀਂ ਕਰਨਾ ਚਾਹੀਦਾ। ਕਿਸਾਨਾਂ ਨੇ ਆਪਣਾ ਕੰਮ ਕੀਤਾ, ਕਿਸਾਨਾਂ ਦੀ ਗੱਲ, ਕਿਸਾਨਾਂ ਦੀ ਸਕਰੀਨ ਦੇ ਉੱਤੇ ਸਾਰਾ ਕੁਝ ਹੈ, ਚਾਹੇ ਉਹ ਕਾਂਗਰਸ ਦੀ ਪਰਫਾਰਮੈਂਸ, ਚਾਹੇ ਉਹ ਤਮਿਲਨਾਡੂ, ਚਾਹੇ ਉਹ ਮੇਰੀ ਇੰਟਰਪਸ਼ਨ ਤੇ ਤਾਂ ਬੜੇ ਔਖੇ ਹੋਏ। ਹੁਣ ਤੁਸੀਂ ਉਹ ਗੱਲ ਭੁੱਲ ਗਏ, ਮੈਂ ਤਾਂ ਮਾਫੀ ਵੀ ਤੁਹਾਡੇ ਕੋਲ ਮੰਗ ਲਈ ਸੀ। ਅਰੇ ਯਾਰ ਦੇਖੋ ਏਦਾਂ ਗੱਲ ਹੈ, ਕਿਸਾਨ ਉੱਥੇ ਗਏ, ਕਿਸਾਨ ਨਹੀਂ ਗਏ ਉੱਥੇ, ਚੰਦ ਉਹਨਾਂ ਦੇ ਲੀਡਰ ਗਏ
ਉਹਨਾਂ ਦੀ ਲੀਨਿੰਗ ਕਿਸ ਪੋਲੀਟੀਕਲ ਵਿਚਾਰਧਾਰਾ ਨਾਲ ਆ, ਉਹਦੀ ਮੈਂ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਬੰਗਾਲ ਤੇ ਕੇਰਲਾ ਜਾਵਾਂਗੇ, ਤੇ ਬੰਗਾਲ ਔਰ ਕੇਰਲਾ ਕਿਹੜਾ ਕਾਮਨ ਫੈਕਟਰ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ। ਪਰ ਐਨੀਵੇ ਉਹਨਾਂ ਨੇ ਬਾਅਦ ਚ ਆਪਣੇ ਆਪ ਨੂੰ ਇੰਪਰੂਵ ਕਰ ਲਿਆ, ਸਮਝ ਵੀ ਗਏ, ਹੋਰ ਵੀ ਗਏ। ਇਹ ਨਾ ਐਵੇਂ ਜਿੰਨੀ ਕੁ ਗੱਲ ਹੈ ਨਾ, ਇੰਨੀ ਕੁ ਗੱਲ ਨੂੰ ਇੰਨੀ ਸਟੈਚ ਕਰਨ ਦੀ ਲੋੜ ਨਹੀਂ। ਕਿਸਾਨ ਫੈਕਟਰ ਜਿਹੜਾ ਹੈਗਾ, ਇਟ ਇਜ਼ nowhere in Bengal। चलिए, if it is there, मान लो, why not in Assam, why not in Pondicherry, why not elsewhere? देखो बीजेपी वास्ते उत्थे खोन नू कुछ नहीं सी और रिजल्ट भी वही आए। और आई टेल यू बीजेपी सारी स्टेटां च पंजे ਦੀਆਂ ਪੰਜਾਂ ਸਟੇਟਾਂ ਦੇ ਵਿੱਚ ਗੇਨਰ ਹੈ। ਆ ਹੁਣੀ ਤੁਸੀਂ ਕਹਿ ਰਹੇ ਸੀਗੇ ਇਹ ਪੰਜਾਂ ਚੋਂ ਇੱਕ ਚ ਜਿੱਤ ਰਹੇ, ਇੱਕ ਨਹੀਂ ਪੌਂਡੀਚੇਰੀ ਚ ਵੀ ਜਿੱਤ ਰਹੇ, ਪੰਜਾਂ ਚੋਂ 2 ਜਿੱਤ ਰਹੇ, ਕੇਰਲਾ ਚ ਵੀ ਟੈਲੀ ਸਾਡੀ ਵਧੀ ਹੈ, ਠੀਕ ਹੈ, ਅਸਮ ਚ ਸਾਡੀ ਗਵਰਨਮੈਂਟ ਬਣ ਰਹੀ ਹੈ, ਇਹ ਬੰਗਾਲ ਚ ਵੀ ਟੈਲੀ ਦੇਖੋ ਗੱਡੀ ਵੱਧ ਗਈ ਹੈ, ਉਸ ਤੋਂ ਬਾਅਦ ਪੌਂਡੀਚੇਰੀ ਚ ਸਾਡੀ ਗਵਰਨਮੈਂਟ ਬਣ ਰਹੀ ਹੈ। ਔਰ ਤਮਿਲਨਾਡੂ ਚ ਐਗਜ਼ੈਕਟ ਬੀਜੇਪੀ ਦਾ ਕਿੰਨਾ ਨੰਬਰ ਆਇਆ ਉਹ ਜੇ ਮੈਨੂੰ ਨਜ਼ਰ ਨਹੀਂ ਆਇਆ, ਕਿਉਂਕਿ ਉੱਥੇ ਹੀ ਚੱਲ ਰਿਹਾ ADMK ਪਲੱਸ। ਸੋ ਐਨੀਵੇ ਉਹ ਵੀ ਕੁਛ ਆ ਜਾਊਗਾ ਜੋ ਵੀ ਹੈ। ਕੁੱਲ ਮਿਲਾ ਕੇ 4 ਦੀਆਂ 4 ਸਟੇਟਾਂ ਜਿਹੜੀਆਂ ਮੈਂ ਗਿਣਾਈਆਂ, 5ਵੀਂ ਦਾ ਪਤਾ ਨਹੀਂ ਉੱਥੇ ਬੀਜੇਪੀ ਨੇ ਗੇਨ ਕੀਤਾ। ਵੈਸੇ ਇੱਕ ਗੱਲ ਦੱਸੋ, ਕੋਈ ਵੀ ਪਾਰਟੀ ਉੱਥੇ ਲੜਾਈ ਲੜਦੀ ਹੈ, ਕਿਤੇ ਵੀ ਇਲੈਕਸ਼ਨ ਲੜਦੀ ਹੈ, ਉਹ ਕੀ ਕਹਿੰਦੀ ਅਸੀਂ ਜਿੱਤ ਰਹੇ ਹਾਂ, ਅਸੀਂ ਇੱਥੇ 200 ਸੀਟਾਂ ਲੈ ਕੇ ਜਾਵਾਂਗੇ। ਉਹ ਆਪਣੇ ਕੈਡਰ ਨੂੰ ਇਹ ਕਹੇਗੀ ਅਸੀਂ 80 ਸੀਟਾਂ ਲੈ ਕੇ ਜਾਵਾਂਗੇ। ਏਦਾਂ ਥੋੜ੍ਹੀ ਚੱਲਦਾ ਹੁੰਦਾ। ਇਸ ਕਾਰਨ ਅਸੀਂ ਲੜਾਈ ਲੜੀ ਹੈ, ਅਸੀਂ 3 ਤੋਂ ਸ਼ੁਰੂ ਹੋ ਕੇ ਅੱਜ ਉੱਥੇ ਆ ਗਏ ਹਾਂ। ਕਾਂਗਰਸ ਇਜ਼ nowhere। ਔਰ ਲੈਫਟ ਜਿਹੜਾ ਆਪਣੇ ਕੈਡਰ ਲਈ ਮੰਨਿਆ ਜਾਂਦਾ ਇਜ਼ nowhere। ਅਰੇ ਆਓ ਆਪਣੇ ਘਰੇ ਬਾਅਦ ਝਾਕੋ ਕੁਲਦੀਪ ਜੀ, ਵੇਅਰ ਆਰ ਯੂ ਐਲਸਵੇਅਰ। ਜਿੱਥੇ ਕੇਰਲਾ ਦੇ ਵਿੱਚ ਕਿਹਾ ਜਾਂਦਾ ਸੀ ਕਿ ਇੱਕ ਵਾਰੀ ਜਿਹੜਾ ਲੈਫਟ ਆਂਦਾ, ਦੂਜੀ ਵਾਰੀ ਜਿਹੜਾ ਹੈਗਾ ਉਹ UDF ਆਂਦਾ, ਉਹ ਯਾਰ ਉੱਥੇ ਵੀ ਤੁਸੀਂ ਗਏ। ਭੰਡਾਰੀ ਸਾਹਿਬ ਕਿਹਾ ਜਾਂਦਾ ਸੀ, ਲੇਕਿਨ ਵੈਸਟ ਬੰਗਾਲ ਦੀ ਇਲੈਕਸ਼ਨ ਚੌਥੀ ਵਾਰ ਮਮਤਾ ਬੈਨਰਜੀ ਜਿੱਤੀ ਹੈ। ਪੂਰੀ ਸਰਕਾਰ ਤੁਹਾਡੀ, ਪੂਰੀ ਮਸ਼ੀਨਰੀ, ਪੂਰੇ ਮੰਤਰੀ, ਪੂਰਾ ਤਾਮਝਾਮ। ਜੇ ਗੱਲ ਕੀਤੀ ਜਾਵੇ ਸਾਮ ਦੰਡ ਭੇਟ ਸਭ ਪੈਸੇ ਦੀ ਜਿੰਨੀ ਦੁਰਵਰਤੋਂ ਹੋਈ ਹੈ ਉਸਦੇ ਬਾਵਜੂਦ ਉੱਥੇ ਹਾਰ ਹੋਣੀ, ਕਿਉਂ ਨਹੀਂ ਐਕਸੈਪਟ ਕਰਦੇ ਕਿ ਕਿਸਾਨਾਂ ਦਾ ਬਹੁਤ ਵੱਡਾ ਰੋਲ ਰਿਹਾ ਉੱਥੇ। ਕਿਸਾਨਾਂ ਨੇ ਜਾ ਕੇ ਉੱਥੇ ਜ਼ਮੀਨੀ ਸਤਰ ਤੇ ਪਿੰਡ ਜਾ ਕੇ ਉਹਨਾਂ ਨੇ ਇੱਕ ਮੈਸੇਜ ਲਾਇਆ ਸੀ, ਕਿਉਂ ਨਹੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਬੀਜੇਪੀ? ਦੇਖੋ ਏਦਾਂ ਹੈ, ਪਹਿਲੀ ਗੱਲ ਚੌਥੀ ਵਾਰੀ ਨਹੀਂ ਜਿੱਤੀ, ਤੀਜੀ ਵਾਰੀ ਜਿੱਤੀ ਹੈ। ਇਹ ਆਪਣਾ ਡਾਟਾ ਥੋੜਾ ਜਿਹਾ ਕਰ ਲਓ ਸਰ। ਇਹ ਜਿਹੜਾ ਪਿੰਡ ਜਾ ਕੇ ਅਸਾਮ ਚ ਕਿਉਂ ਨਹੀਂ ਕਰ ਲਿਆ? ਦੇਖੋ ਅਸੀਂ ਕਿਸਾਨਾਂ ਦੀ ਨਹੀਂ ਗੱਲ ਕਰ ਰਹੇ, ਫਿਰ ਮੈਂ ਕਹੀ ਜਾਂਦਾ ਤੁਸੀਂ ਕਿਸਾਨਾਂ ਨਾਲ ਜੋੜੋ। ਕਿਸਾਨਾਂ ਦੇ ਕੁਝ ਪਾਰਟਿਕੂਲਰ ਪੋਲੀਟੀਕਲ ਲੀਡਿੰਗ ਦੇ ਲੀਡਰਸ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਪਰ ਕੋਸ਼ਿਸ਼ ਕਰਕੇ ਲੈਫਟ ਨੂੰ ਤਾਂ ਵੋਟਾਂ ਪਵਾ ਨਾ ਸਕੇ। ਔਰ ਉਹਦੇ ਵਿੱਚ ਪਰਸੈਂਟੇਜ ਆਫ ਵੋਟ ਜਿਹੜੀ ਹੈ ਉਹ ਫਿਰ ਕਿਤੇ ਜਾਗਾ ਜੇ 38% ਹੁਣ ਤੱਕ ਆ ਰਹੀ ਬੀਜੇਪੀ ਦੀ। ਉਹ ਕਿਆ ਘੱਟ ਵੋਟ ਆ ਵੀ? ਬੀਜੇਪੀ ਨੂੰ ਤੁਸੀਂ ਕਿਸ ਤਰੀਕੇ ਨਾਲ ਖੁੱਡੇ ਲੈਣ ਨੂੰ ਬਾਕੀ ਕਰਦੇ ਹੋ ਕਿ ਉੱਥੇ ਹੋ ਗਈ? ਵੇਅਰ ਇਜ਼ ਕਾਂਗਰਸ, ਵੇਅਰ ਇਜ਼ ਲੈਫਟ? ਉਹਨਾਂ ਦੀਆਂ ਵੋਟਾਂ ਕਿੱਥੇ ਗਈਆਂ? ਅਰੇ ਬੀਜੇਪੀ ਕਿੱਦਾਂ ਲੂਜ਼ਰ ਹੈ? ਬੀਜੇਪੀ ਇਜ਼ not a loser in any of the states, I tell you। ਨਹੀਂ, ਪਰ ਭੰਡਾਰੀ ਸਾਹਿਬ ਜਿਹੜੇ ਦਾਅਵੇ ਕੀਤੇ ਜਾ ਰਹੇ ਸੀਗੇ 200 ਸੀਟਾਂ ਦੀ ਗੱਲ ਕਰਨ ਵਾਲੀ ਪਾਰਟੀ ਨਰਿੰਦਰ ਮੋਦੀ ਹੋਣਾ ਵੱਲੋਂ ਤੇ ਸਿਮਟ ਕੇ ਰਹਿ ਗਈ ਹੈ ਭੰਡਾਰੀ ਸਾਹਿਬ। ਹਾਂਜੀ, ਜਿਹੜੇ ਦਾਅਵੇ ਕੀਤੇ ਜਾ ਰਹੇ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਵੱਲੋਂ ਗੱਲ ਕਰਨ ਵਾਲੀ ਪਾਰਟੀ ਲਗਾਤਾਰ ਉਹ ਤਾਂ ਉਹਨਾਂ ਤੇ ਖੜੇ ਨਹੀਂ ਉਤਰੇ। ਤੁਸੀਂ ਚਲਿਏ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਇਹਦਾ ਜਵਾਬ ਮੈਂ ਪਹਿਲਾਂ ਦੇ ਚੁੱਕਾ ਹਾਂ ਕਿ ਜੇ ਮੈਂ ਇਲੈਕਸ਼ਨ 'ਚ ਜਾਣਾ ਹੋਵੇ ਤੇ ਬੀਜੇਪੀ ਕਹਿੰਦੀ ਅਸੀਂ 80 ਸੀਟਾਂ ਜਿੱਤਾਂਗੇ, ਅਰੇ ਯਾਰ 200 ਹੀ ਕਲੇਮ ਕਰਾਂਗੇ, ਅਗਲੀ ਵਾਰ ਵੀ ਇਹੀ ਕਲੇਮ ਕਰਾਂਗੇ। ਕਾਂਗਰਸ ਨੇ ਕਿੰਨੀਆਂ ਕਲੇਮ ਕੀਤੀਆਂ ਸੀ, ਲੈਫਟ ਨੇ ਕਿੰਨੀਆਂ ਕਲੇਮ ਕੀਤੀਆਂ ਸੀ? ਉਹਨਾਂ ਨੇ ਕਿਹਾ 1 ਕਲੇਮ ਕੀਤੀ ਸੀ, ਕਿਆ 0 ਕਲੇਮ ਕੀਤੀ ਸੀ? ਅਰੇ ਏਦਾਂ ਥੋੜੀ ਇਲੈਕਸ਼ਨ ਲੜੇ ਜਾਂਦੇ ਹੁੰਦੇ ਆ। ਇਲੈਕਸ਼ਨ ਦਾ ਇਹੀ ਮੰਨ ਕੇ ਲੜੇ ਜਾਈਦਾ ਅਸੀਂ ਜਿੱਤਾਂਗੇ, ਅਸੀਂ ਆਪਣੀ ਸਰਕਾਰ ਬਣਾਵਾਂਗੇ। ਏਦਾਂ ਥੋੜੀ ਲੜੇ ਜਾਂਦੇ ਹੁੰਦੇ ਆ ਕਿ ਅਸੀਂ ਐਡਾ ਕਲੇਮ ਸੀ, ਐਡਾ ਰਹਿ ਗਿਆ। ਇਹ ਤਾਂ ਫਿਰ ਕਾਂਗਰਸ ਵੀ ਕਹਿੰਦੀ ਸੈਂਟਰ 'ਚ ਅਸੀਂ ਇਸ ਵਾਰ ਸਰਕਾਰ ਬਣਾਵਾਂਗੇ, ਇੱਕ ਵਾਰੀ 40 ਤੇ ਰਹਿ ਗਈ ਤਾਂ ਹੁਣ 50 ਤੇ ਆ ਗਈ। ਅਸੀਂ ਕੋਈ ਕਾਂਗਰਸ ਨੂੰ ਗਲਤ ਥੋੜੀ ਕਹਿੰਦੇ ਆ। ਹਰ ਇੱਕ ਪਾਰਟੀ ਇਹੀ ਏਜੰਡਾ ਲੈ ਕੇ ਚੱਲਦੀ ਹੈ ਔਰ ਸਾਨੂੰ ਕੋਈ ਇੱਕ ਸ਼ਿਕਰ ਨਹੀਂ ਸਾਡੇ ਚਿਹਰੇ ਤੇ ਕਿ ਅਸੀਂ ਉੱਥੇ ਬੰਗਾਲ 'ਚ ਸੱਤਾ 'ਚ ਨਹੀਂ ਆਏ। ਲੇਕਿਨ ਅਸੀਂ ਇਸ ਵੇਲੇ ਫੋਰਸ ਹੈ, ਦੇਰ ਇਜ਼ ਨਨ ਐਜ਼ ਅਗੇਂਸਟ TMC। ਅੱਜ ਉਹ ਕਾਂਗਰਸ ਤੋਂ ਛੱਡੇ ਲੋਕ ਹੈ, ਕੁਲਦੀਪ ਜੀ ਕਹਿ ਰਹੇ। ਅਰੇ ਯਾਰ ਤੁਹਾਡੇ ਤੋਂ ਛੱਡੇ ਲੋਕ ਹੈ,
ਅਜੇ ਵੀ ਨਹੀਂ ਤੁਹਾਨੂੰ ਸਮਝ ਆ ਰਹੀ ਵੀ ਲੋਕ ਛੱਡ ਕੇ ਤੁਹਾਡੇ ਕੋਲ ਜਾ ਰਹੇ ਜੀ ਜਗਦੀਪ ਤੁਸੀਂ ਜੀ ਦੇਖੋ ਜਰਾ ਗਿਰੇਬਾਨ ਝਾਕਾ ਮਾਰੋ ਕਿ ਕੀ ਕਰਨਾ ਕਾਂਗਰਸ ਦਾ ਇਹ ਬੁਰਾ ਹਾਲ ਹੋ ਉਹਦੀ ਥਾਂ ਬੀਜੇਪੀ ਨੂੰ ਅਕਿਊਜ਼ ਕਰੀ ਜਾਂਦੇ ਜੀ ਸਦਕੇ ਕਰੋ ਫਸੇ ਰਹੋ ਇੱਥੇ ਹੀ ਇਹ ਨਾ ਦੇਖਿਓ ਕਿ ਤੁਹਾਡੀ ਲੀਡਰਸ਼ਿਪ ਦਾ ਭੰਡਾਰੀ ਸਾਹਿਬ ਜਿਹੜੀ ਇਹ ਇਲੈਕਸ਼ਨ ਹੈ ਨਾ, ਜਿਹੜੀ ਇਹ ਇਲੈਕਸ਼ਨ ਹੈ, ਇਸ ਗੱਲ ਦੀ ਯਾਦ ਰੱਖੀ ਜਾਏਗੀ ਕਿ ਇੱਕ ਪਾਸੇ ਮਮਤਾ ਬੈਨਰਜੀ ਸੀ ਔਰ ਦੂਸਰੇ ਪਾਸੇ ਪੂਰੀ ਬੀਜੇਪੀ ਦੀ ਪਾਰਟੀ, ਸੰਸਾਰ ਦੀ ਸਭ ਤੋਂ ਵੱਡੀ ਪਾਰਟੀ, ਔਰ ਉਸ ਦੇ ਬਾਵਜੂਦ ਇੰਨੀ ਕਰਾਰੀ ਹਾਰ ਹੋਈ ਹੈ। ਔਰ ਇਹਨੂੰ ਨਿਸ਼ਚਿਤ ਤੌਰ ਤੇ ਬੀਜੇਪੀ ਜਿਹੜੀ ਹੈ ਉਹਦੀ ਹਾਇਰ ਲੀਡਰਸ਼ਿਪ ਹੈ ਇਹਨੂੰ ਬਹੁਤ ਜ਼ਿਆਦਾ ਇਹਨੂੰ ਸੀਰੀਅਸਲੀ ਲਏਗੀ, ਕਿਉਂਕਿ ਅਸੀਂ ਜੇ ਅੱਜ ਡਿਸਕਸ਼ਨ ਕਰ ਰਹੇ ਹਾਂ, ਅਸੀਂ ਕਿਉਂ ਡਿਸਕਸ਼ਨ ਕਰ ਰਹੇ ਹਾਂ ਬੰਗਾਲ ਦਾ ਪੰਜਾਬ ਨਾਲ ਲੈਣਾ ਦੇਣਾ ਕੀ ਹੈ? ਲੈਣਾ ਦੇਣਾ ਇਹ ਹੈ ਕਿ ਕਿਸਾਨ ਜਿਹੜਾ ਹੈ ਪਿਛਲੇ ਕਈ ਮਹੀਨਿਆਂ ਤੋਂ ਬਾਰਡਰ ਤੇ ਬੈਠਾ ਸੀ ਔਰ ਉਹ ਉੱਥੇ ਕੈਂਪੇਨ ਕਰ ਰਿਹਾ ਸੀ, ਕੀ ਉਹਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਪਏਗਾ? ਅਸੀਂ ਇਸ ਗੱਲ ਦੀ ਡਿਸਕਸ਼ਨ ਕਰ ਰਹੇ ਹਾਂ। ਬੀਜੇਪੀ ਦੀ ਹਾਰ ਹੋਈ ਹੈ, ਇਸ ਵਾਰ ਨਾਲ ਕੋਈ ਸਾਡਾ ਸਰੋਕਾਰ ਨਹੀਂ ਹੈ, ਲੇਕਿਨ ਇਸ ਹਾਰ ਦਾ ਜਿਹੜਾ ਹੈ ਉਹ ਪੰਜਾਬ ਦੀ ਰਾਜਨੀਤੀ ਤੇ ਕੀ ਅਸਰ ਪਏਗਾ ਉਸ ਬਾਰੇ ਗੱਲ ਕਰਨੀ ਬਣਦੀ ਹੈ ਇੱਥੇ। ਮੇਰੇ ਖਿਆਲ ਨਾਲ ਪਰਮ ਚਰਨਜੀਤ ਬਰਾੜ ਵੀ ਸਾਡੇ ਨਾਲ ਜੁੜ ਗਿਆ। ਬਰਾੜ ਸਾਹਿਬ, ਹਾਲਾਂਕਿ ਤੁਹਾਡੀ ਪਾਰਟੀ ਦਾ ਉੱਥੇ ਸਟੇਕ ਨਹੀਂ ਸੀਗਾ ਕੁਝ, ਲੇਕਿਨ ਇਸ ਜਿੱਤ ਤੋਂ ਬਾਅਦ ਬਹੁਤ ਸਾਰੇ ਸਮੀਕਰਨ ਪੰਜਾਬ 'ਚ ਹੀ ਬਦਲਣਗੇ, ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਵੈਸਟ ਬੰਗਾਲ ਦੀ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਆਏਗਾ ਉਹ ਪੰਜਾਬ ਦੀ ਰਾਜਨੀਤੀ ਨੂੰ ਇੰਪੈਕਟ ਕਰੇਗਾ। ਤੁਹਾਨੂੰ ਬਰਾੜ ਸਾਹਿਬ ਕਿਵੇਂ ਲੱਗ ਰਿਹਾ ਕਿ ਜੋ ਰਿਜ਼ਲਟਸ ਆਏ ਆ ਉਸ ਨਾਲ ਬੀਜੇਪੀ ਨੂੰ ਸੈਟਬੈਕ ਮੰਨਦੇ, ਔਰ ਕੀ ਲੱਗਦਾ ਕਿ ਕਿਸਾਨ ਦਾ ਜਿਹੜਾ ਫੈਕਟਰ ਸੀਗਾ ਉਹ ਉੱਥੇ ਚੱਲ ਗਿਆ? ਜਗਦੀਪ ਜੀ, ਮੈਂ ਸਭ ਤੋਂ ਪਹਿਲਾਂ ਤਾਂ ਇੱਕ ਕਹੂੰਗਾ ਕਿ ਪੰਜਾਬ ਤੇ ਬੰਗਾਲ ਕਿਵੇਂ ਇਕੱਠੇ ਆ। ਸ਼ਾਇਦ ਤੁਸੀਂ ਕੁਝ ਤਾਂ ਐਕਸਪਲੇਨ ਕਰਤਾ, ਪਰ ਥੋੜਾ ਜਿਹਾ ਮੈਂ ਵੀ ਵਾਅਦਾ ਕਰਦੇ ਹਾਂ ਕਿ ਪੰਜਾਬ ਤੇ ਬੰਗਾਲ ਹੀ ਸੀ ਜਿਹਨੇ ਅੰਗਰੇਜ਼ ਨੂੰ ਬਾਹਰ ਕੱਢਿਆ ਤੇ ਦੇਸ਼ ਦੀ ਆਜ਼ਾਦੀ ਦਿਵਾਈ। ਇਹ ਦੋ ਜਿਹੜੇ ਸੂਬੇ ਆ ਸਭ ਤੋਂ ਵੱਧ ਜਿਹੜੇ ਆ ਚੱਲੇ ਸੀ। ਪੰਜਾਬ ਪਹਿਲਾ ਸੀ, ਬੰਗਾਲ ਦੂਜਾ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸ਼ੁਰੂ ਤੋਂ ਫਾਈਟਰ ਗਿਣਿਆ ਗਿਆ, ਮੈਂ ਉਸੇ ਗੱਲ ਨੂੰ ਹੀ ਅੱਗੇ ਵਧਾਊਂਗਾ। ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਨੂੰ ਮੈਂ ਸੁਣ ਰਿਹਾ ਸੀ ਕਿ ਅਸੀਂ ਤਾਂ ਬਹੁਤ ਅੱਗੇ ਚਲੇ ਗਏ। ਹਾਂ, ਤੁਸੀਂ ਬਹੁਤ ਅੱਗੇ ਚਲੇ ਗਏ, ਜਿੰਨੀਆਂ ਸੀਟਾਂ ਜਿੱਤ ਕੇ ਤੁਸੀਂ ਸਮਝਦੇ ਹੋ ਅੱਗੇ ਚਲੇ ਗਏ। ਦੇਸ਼ ਬਰਬਾਦ ਕਰਤਾ। ਕਰੋਨਾ ਉਸੇ ਦੀ ਦੇਣੀ ਹੈ ਕਿ ਨਾ ਤੁਸੀਂ ਅਕਤੂਬਰ ਦੀ ਰਿਪੋਰਟ ਪੜ੍ਹੀ ਮਾਹਰਾਂ ਦੀ, ਨਾ ਤੁਸੀਂ ਦਸੰਬਰ ਦੀ ਰਿਪੋਰਟ ਮਾਹਰਾਂ ਦੀ ਪੜ੍ਹੀ, ਤੇ ਅੱਜ ਸਾਡੇ ਦੇਸ਼ ਦੇ ਵਿੱਚ ਕੀ ਹਾਲ ਹੈ ਕਿ ਜਿਹੜੀ ਮੁਫਤ ਦੇ ਵਿੱਚ ਆਕਸੀਜਨ ਪਲਾਂਟਾਂ ਦੇ ਵਿੱਚ ਤਿਆਰ ਹੋ ਸਕਦੀ ਹੈ ਉਹ ਵੀ ਸਮਝ ਲਓ ਸਾਡੇ ਕੋਲੇ ਘਾਟ ਪਈ ਹੋਈ ਹੈ। ਹੁਣ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਪਾਕਿਸਤਾਨ ਵਰਗੇ ਮੁਲਕ ਸਾਨੂੰ ਕਹਿ ਰਹੇ ਕਿ ਅਸੀਂ ਤੁਹਾਡੀ ਮਦਦ ਕਰਦੇ ਹਾਂ। ਇਹ ਤੁਹਾਡੀਆਂ ਉਹ ਜਿਹੜੀਆਂ 40 50 60 70 ਜਿੰਨੀਆਂ ਵੀ ਤੁਸੀਂ ਸੀਟਾਂ ਵਧਾਈਆਂ, ਇਹ ਉਸੇ ਦਾ ਹੀ ਨਤੀਜਾ ਹੈ। ਬੀਜੇਪੀ ਨੂੰ ਇੱਕ ਗੱਲ ਇਹ ਸਮਝ ਲੈਣੀ ਚਾਹੀਦੀ ਹੈ। ਦੂਜੀ ਗੱਲ, ਦੋਨੋਂ ਕਾਂਗਰਸ ਤੇ ਜਿਹੜੀ ਬੀਜੇਪੀ ਹੈ, ਜਿਹੜੀਆਂ ਸੈਂਟਰ ਦੇ ਵਿੱਚ ਕਹਿ ਲਈਏ ਕਿ ਵੱਡੀਆਂ ਪਾਰਟੀਆਂ, ਇਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹਨਾਂ ਨਤੀਜਿਆਂ ਤੋਂ ਇੱਕ ਗੱਲ ਫੇਰ ਪਰਪੱਕਤਾ ਵੱਲ ਨੂੰ ਜਾ ਰਹੀ ਹੈ ਕਿ ਰੀਜਨਲ ਪਾਰਟੀਆਂ ਆਪਣੇ ਥਾਂ ਤੇ ਸਟਰੋਂਗ ਹੋ ਰਹੀਆਂ। ਜਿਹੜਾ ਫੈਡਰਲਿਜ਼ਮ ਦਾ ਪਿਛਲੇ ਦਿਨਾਂ ਦੇ ਵਿੱਚ ਮੁੱਦਾ ਉੱਠਿਆ, ਕਿਉਂਕਿ ਜਿਸ ਤਰ੍ਹਾਂ ਦਾ ਕੇਂਦਰ ਨੇ ਡਾਕੇ ਮਾਰਨੇ ਸ਼ੁਰੂ ਕੀਤੇ, ਉਸ ਤਰ੍ਹਾਂ ਨਾਲ ਫੈਡਰਲਿਜ਼ਮ ਦਾ ਮੁੱਦਾ ਉੱਠਿਆ ਔਰ ਰੀਜਨਲ ਪਾਰਟੀਆਂ ਦੇ ਵਿੱਚ ਸਟਰੋਂਗ ਹੋ ਰਹੀਆਂ। ਇਹ ਵੀ ਇਸ ਚੋਣ ਨਤੀਜਿਆਂ ਤੋਂ ਇੱਕ ਗੱਲ ਸਾਹਮਣੇ ਆ ਰਹੀ ਹੈ। ਔਰ ਜੇ ਕਿਸਾਨ ਅੰਦੋਲਨ ਨੂੰ ਮਨਫੀ ਕਰਕੇ ਦੇਖਣਾ ਹੈ, ਜਿਵੇਂ ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਕਹਿ ਰਹੇ ਸੀ ਕਿ ਫਲਾਨੀ ਥਾਂ ਅਸਰ ਕਿਉਂ ਨਹੀਂ ਹੋਇਆ, ਧੂਕੀ ਦਾ ਅਸਰ ਕਿਉਂ ਨਹੀਂ ਹੋਇਆ, ਕਿਸਾਨ ਦਿੱਲੀ ਦੇ ਬਾਰਡਰ ਤੋਂ ਕੱਲੇ ਬੰਗਾਲ ਦੇ ਲਈ ਐਲਾਨ ਕਰਕੇ ਚੱਲਿਆ ਸੀ ਕਿ ਬੰਗਾਲ ਜਾਣਾ ਹੈ, ਤੇ ਕੋਈ ਲੈਫਟ ਦੀਆਂ ਸਟੇਜਾਂ ਤੇ ਨਹੀਂ ਗਿਆ। ਸਿਰਫ ਤੇ ਸਿਰਫ ਉਹਨਾਂ ਨੇ ਇਹ ਕਿਹਾ ਸੀ ਕਿ ਬੀਜੇਪੀ ਹਰਾਉਣੀ ਹੈ, ਬੀਜੇਪੀ ਦੇ ਖਿਲਾਫ ਉੱਥੇ ਮਾਹੌਲ ਕੀਤਾ। ਔਰ ਮੈਂ ਇੱਕ ਗੱਲ ਕਹਾਂ, ਜਿਸ ਕਿਸਮ ਦੀ ਪ੍ਰਧਾਨ ਮੰਤਰੀ, ਹੋਮ ਮਿਨਿਸਟਰ ਤੇ ਸਾਰੀ ਕੇਂਦਰ ਦੀ ਸਰਕਾਰ ਝੁਕੀ ਹੋਈ ਸੀ ਭਾਰਤੀ ਜਨਤਾ ਪਾਰਟੀ ਦੀ ਇਕੱਲੀ ਪਾਰਟੀ ਤੋਂ ਬਿਨਾ, ਮੇਰਾ ਖਿਆਲ ਹੈ ਕਿ ਅੱਜ ਪ੍ਰਧਾਨ ਮੰਤਰੀ ਨੂੰ ਆਪਦੀ ਹਾਰ ਕਬੂਲਦੇ ਹੋਏ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਹਾਰ ਕਿਸੇ ਹੋਰ ਦੀ ਨਹੀਂ, ਇਹ ਮੋਦੀ ਸਾਹਿਬ ਦੀ ਹੈ ਜਿਹੜੇ ਉੱਥੇ ਜਾ ਜਾ ਕੇ 22-25 ਜਿਹੜੀਆਂ ਰੈਲੀਆਂ ਕੀਤੀਆਂ। ਵਰਨਾ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਨਿਰਣਾ ਦਿੱਤਾ ਕਿ ਤੁਸੀਂ ਦੇਸ਼ ਸੰਭਾਲੋ। ਦੇਸ਼ ਸੰਭਾਲਣ ਦੀ ਥਾਂ ਤੇ ਅਸੀਂ ਉਲਟਾ ਜਾ ਕੇ ਕਰ ਕੀ ਰਹੇ ਹਾਂ? ਇੱਕ ਲੇਡੀਜ਼ ਨੂੰ ਹਰਾਉਣ ਦੀ, ਮੈਂ ਕਹੂੰਗਾ ਆਇਰਨ ਲੇਡੀ ਨੂੰ ਹਰਾਉਣ ਦੇ ਲਈ ਤੁਸੀਂ ਸਾਰੀ ਸਰਕਾਰ, ਸਾਰੀ ਪਾਰਟੀ ਔਰ ਸਾਰੀਆਂ ਤਾਕਤਾਂ ਝੋਕਤੀਆਂ, ਤੇ ਫਿਰ ਵੀ ਤੁਹਾਨੂੰ ਮੂੰਹ ਦੀ ਖਾਣੀ ਪਈ ਹੈ। ਤੇ ਹਲੇ ਤੁਸੀਂ ਕਹਿੰਦੇ ਹੋ ਵੀ ਕਿ ਕੁਝ ਨਹੀਂ ਵਿਗੜਿਆ, ਕੁਝ ਨਹੀਂ ਹੋਇਆ। ਉਹ ਤੁਹਾਡਾ ਜੁਮਲਾ ਸੀ 200 ਸੀਟਾਂ ਵਾਲਾ। ਫਿਰ ਇਸ ਕਰਕੇ ਮੇਰਾ ਖਿਆਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਬੜੀ ਵੱਡੀ ਮੂੰਹ ਤੇ ਚਪੇੜ ਹੈ ਇਹ। ਔਰ ਦੂਸਰੀ ਗੱਲ, ਕੇਂਦਰ 'ਚ ਬੈਠੀਆਂ ਜਿਹੜੀਆਂ ਸੈਂਟਰਲ ਪਾਰਟੀਆਂ, ਉਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਰੀਜਨਲ ਪਾਰਟੀਆਂ ਭਾਵੇਂ ਉਹ ਯੂਪੀਏ ਨਾਲ ਸੰਬੰਧਿਤ ਨੇ ਤੇ ਭਾਵੇਂ ਐਨਡੀਏ ਨਾਲ ਸੰਬੰਧਿਤ ਨੇ, ਉਹਨਾਂ ਨੂੰ ਜਿਸ ਕਿਸਮ ਦੀ ਬੇਕਦਰੀ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤੀ ਹੈ, ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ, ਜਿਹੜਾ ਕੁਝ ਸਾਰਾ ਕੁਝ ਸਾਹਮਣੇ ਆ। ਜੀ ਬਿਲਕੁਲ। ਸਾਡੇ ਨਾਲ ਜੈ ਕਿਸ਼ਨ ਰੋੜੀ ਵੀ ਆਮ ਆਦਮੀ ਪਾਰਟੀ ਤੋਂ ਜੁੜੇ ਹੋਏ ਨੇ, ਉਹਨਾਂ ਦਾ ਵੀ ਰਿਐਕਸ਼ਨ ਅਸੀਂ ਜ਼ਰੂਰ ਲੈ ਲੈਂਦੇ ਹਾਂ। ਜੀ ਰੋੜੀ ਸਾਹਿਬ, ਕਿਵੇਂ ਦੇਖਦੇ ਹੋ ਬੀਜੇਪੀ ਦੀ ਜੋ ਹਾਰ ਇੱਕ ਤਰਫਾ ਦੇਖੀ ਜਾ ਰਹੀ ਹੈ? ਹਾਲਾਂਕਿ ਨਤੀਜੇ ਆਉਣੇ ਬਾਕੀ ਨੇ, ਕੁਝ ਹੀ ਸਮੇਂ 'ਚ ਨਤੀਜੇ ਵੀ ਆ ਜਾਣੇ ਨੇ, ਪਰ ਕਿਤੇ ਨਾ ਕਿਤੇ 84 ਜਾਂ 80 ਸੀਟਾਂ ਤੇ ਸਿਮਟ ਕੇ ਰਹਿ ਜਾਣੀ ਹੈ ਪਾਰਟੀ। ਕਿਵੇਂ ਦੇਖਦੇ ਹੋ ਕਿ ਕਿਸਾਨਾਂ ਦਾ ਅਹਿਮ ਰੋਲ ਰਿਹਾ ਹੈ ਉੱਥੇ?
ਦੇਖੋ ਪੂਰੇ ਭਾਰਤ ਦੇ ਵਿੱਚ ਜੇਕਰ ਮੋਦੀ ਸਾਹਿਬ ਕਿਸੇ ਤੋਂ ਚਿੰਤਤ ਨੇ, ਮੈਂ ਸਮਝਦਾ ਦੋ ਸਟੇਟਾਂ ਨੇ, ਇੱਕ ਅਰਵਿੰਦ ਕੇਜਰੀਵਾਲ ਤੇ ਦੂਸਰੀ ਮਮਤਾ ਬੈਨਰਜੀ। ਅੱਜ ਤੱਕ ਮੋਦੀ ਸਾਹਿਬ ਨੇ ਪਹਿਲਾਂ ਦਿੱਲੀ ਦੇ ਵਿੱਚ ਉਹਨਾਂ ਨੂੰ ਹਰਾਉਣ ਦੇ ਲਈ ਦੇਖੋ ਅਮਿਤ ਸ਼ਾਹ ਜੀ ਡੋਰ ਟੂ ਡੋਰ ਗਏ। ਉੱਥੇ ਅੱਜ ਜੋ ਮਾਹੌਲ ਅੱਜ ਬਣਿਆ ਹੋਇਆ ਹੈ ਕਿ ਮੋਦੀ ਸਾਹਿਬ ਹਾਰੇ ਨੇ ਔਰ ਭਾਜਪਾ ਹਾਰੀ ਹੈ ਔਰ ਪੰਜਾਬ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ। ਇਸੇ ਤਰ੍ਹਾਂ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਤਾਂ ਮੋਦੀ ਸਾਹਿਬ ਨੂੰ ਵੀ ਇਹੀ ਗੱਲ ਕਹੀ ਗਈ ਕਿ ਅੱਜ ਪੂਰੇ ਮੋਦੀ ਸਾਹਿਬ ਦਾ ਪੂਰਾ ਸਿਸਟਮ ਜਿੰਨੇ ਪੂਰੇ ਉਹਨਾਂ ਦੇ ਆਲ ਓਵਰ ਇੰਡੀਆ ਦੇ ਮੁੱਖ ਮੰਤਰੀ ਸੀਗੇ, ਮੰਤਰੀ ਸੀ, ਇਸੇ ਤਰ੍ਹਾਂ ਉੱਥੇ ਪ੍ਰਚਾਰ ਕਰਦੇ ਸੀ। ਲੋਕਾਂ ਨੇ ਜਿਵੇਂ ਉੱਥੇ ਨਕਾਰਿਆ, ਅੱਜ ਐਵੇਂ ਫਿਰ ਭਾਰਤੀ ਜਨਤਾ ਪਾਰਟੀ ਨੂੰ, ਪਾਰਟੀ ਦੀਆਂ ਨੀਤੀਆਂ ਨੂੰ ਹਰਾਇਆ। ਕਿਉਂਕਿ ਇਹ ਅੱਜ ਕਹਿੰਦੇ ਨੇ ਨਾ ਕਿ ਅਸੀਂ ਵਿਕਾਸ ਕਰਨੇ ਆ, ਸਬਕਾ ਸਾਥ ਸਬਕਾ ਵਿਕਾਸ, ਕਿਉਂਕਿ ਇਹ ਕਹਿੰਦੇ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਹੈ। ਇਹਦੇ ਨਾਲ ਸਪਸ਼ਟ ਹੋ ਗਿਆ ਕਿ ਪੂਰੇ ਭਾਰਤ ਦੇ ਵਿੱਚ ਜਿਹੜੀ ਭਾਜਪਾ ਦਾ ਆ ਉਹ ਸਫਾਇਆ ਹੋਣ ਜਾ ਰਿਹਾ ਔਰ ਲੋਕ ਕੰਮਾਂ ਨੂੰ ਵੋਟ ਪਾ ਰਹੇ ਨੇ। ਜੇਕਰ ਕੁਝ ਕੀਤਾ ਤਾਂ ਜਾ ਕੇ ਦੂਜੀ ਤੀਜੀ ਵਾਰ ਜਿਹੜਾ ਮੌਕਾ ਦਿੰਦੇ ਨੇ। ਅੱਜ ਪੂਰੇ ਪੰਜਾਬ ਦੇ ਲੋਕ ਜਿਹੜੇ ਨੇ, ਜਿਹੜੀ ਕਾਂਗਰਸ ਇੱਥੇ ਥੋੜੀ ਜਿਹੀ ਉਹ ਕਹਿ ਰਹੀ ਹੈ, ਛਾਲੇ ਮਾਰ ਰਹੀ ਹੈ ਕਿ ਅਸੀਂ ਜਿੱਤ ਜਾਣਾ, ਸਾਨੂੰ ਵੀ ਜਾਣੀ ਕਿ ਜਿਹੜਾ ਇੱਥੇ ਜਿਹੜਾ ਇਫੈਕਟ ਪਊਗਾ ਇੱਥੋਂ ਦੇ ਔਰ ਬੰਗਾਲ ਦੇ ਹਾਲਾਤਾਂ ਦੇ ਵਿੱਚ ਫਰਕ ਇਹ ਹੈ ਕਿ ਮਮਤਾ ਜੀ ਨੇ ਆਪਣੇ ਜੋ ਵਾਅਦੇ ਚੋਣ ਵਾਅਦੇ ਕੀਤੇ ਉਹ ਪੂਰੇ ਕੀਤੇ ਔਰ ਇੱਥੇ ਜੋ ਕੈਪਟਨ ਸਾਹਿਬ ਨੇ ਕਿਹਾ ਉਹ ਚੋਂ ਇੱਕ ਵਾਅਦਾ ਦੱਸ ਦੇਣ ਜਿਹੜਾ ਪੂਰਾ ਕੀਤਾ ਹੋਵੇ। ਅੱਜ ਪੰਜਾਬ ਦੇ ਵਿੱਚ ਕਾਂਗਰਸ ਦੇ ਜੋ ਹਾਲਾਤ ਨੇ, ਲੋਕਾਂ ਦੇ ਜੋ ਪਿੰਡਾਂ ਦੇ ਵਿੱਚ ਵੜਨਾ ਔਖਾ ਹੋਇਆ ਕਾਂਗਰਸੀ ਲੀਡਰਾਂ ਨੂੰ। ਅੱਜ ਨਰੇਗਾ ਦੇ ਪੈਸਿਆਂ ਦੇ ਨਾਲ ਇੱਟਾਂ ਚਾਰ ਲੱਗੀਆਂ, ਗਲੀ ਦੇ ਵਿੱਚ ਕੱਢ ਕੇ ਫੋਟੋ ਖਿਚਾਉਣ ਨਾਲ ਵਿਕਾਸ ਨਹੀਂ ਬਣਿਆ ਜਾਂਦਾ। ਅੱਜ ਜੋ ਵੀ ਹਾਲਾਤ ਬਣੇ ਨੇ ਉਹ ਬੜੇ ਪੰਜਾਬ ਦੇ ਵੀ ਚਿੰਤਤ ਨੇ ਔਰ ਦੇਸ਼ ਦੇ ਵੀ ਚਿੰਤਤ ਨੇ। ਇਹਦੇ ਲਈ ਮੈਂ ਸਮਝਦਾ ਜਿੱਥੇ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ, ਮੋਦੀ ਸਾਹਿਬ ਵੱਧ ਜ਼ਿੰਮੇਵਾਰ ਨੇ, ਕਿਉਂਕਿ ਸੈਂਟਰ ਨੇ ਇੱਕ ਪਾਲਿਸੀ ਬਣਾਉਣੀ ਹੁੰਦੀ ਹੈ। ਸੈਂਟਰ ਨੇ ਆਪਣੇ ਲੋਕਾਂ ਦੇ ਲਈ ਸਿਹਤ ਸਹੂਲਤਾਂ ਦੇ ਲਈ ਇੱਕ ਪਾਲਿਸੀ ਕਰਨੀ ਹੁੰਦੀ ਹੈ ਤੇ ਹਜੇ ਤੱਕ ਉਹਦਾ ਕੋਈ ਬਹੁਤਾ ਜਿਹੜਾ ਚੰਗਾ ਰਿਜ਼ਲਟ ਹੈ ਉਹ ਸਾਹਮਣੇ ਦੇਖਣ ਨੂੰ ਨਹੀਂ ਮਿਲਿਆ। ਰੋੜੀ ਸਾਹਿਬ ਇਹਦਾ ਜਵਾਬ ਕਾਂਗਰਸ ਤੋਂ ਲੈ ਲੈਣੇ ਆ। ਰੋੜੀ ਸਾਹਿਬ ਕਾਂਗਰਸ ਤੋਂ ਲੈ ਲੈਣੇ ਆ ਜਵਾਬ। ਵੈਦ ਜੀ, ਦੇਖਿਆ ਜਾਵੇ ਤੇ ਲੈ ਦੇ ਕੇ ਸਿਰਫ ਤਾਮਿਲਨਾਡੂ ਚ ਕਾਂਗਰਸ ਦੀ ਇੱਜ਼ਤ ਬਚੀ ਹੈ। ਹਾਲਾਂਕਿ ਤੁਸੀਂ ਤੇ ਕੈਂਪੇਨ ਵੀ ਨਹੀਂ ਕੀਤਾ, ਕੁਝ ਸਟੇਟਾਂ ਵਿੱਚ ਦਿਖ ਰਿਹਾ ਸੀ ਹਾਰ ਬਹੁਤ ਸਾਫ਼ ਦਿਖ ਰਹੀ ਸੀ, ਚਾਹੇ ਉਹ ਆਪਣਾ ਗੱਲ ਕਰੀਏ ਵੈਸਟ ਬੰਗਾਲ ਦੀ ਜਾਂ ਹੋਰ ਜਗ੍ਹਾ ਦੀ। ਮੇਰਾ ਇਹ ਸਵਾਲ ਹੈ ਕਿ ਜਿਹੜੇ ਇਲੈਕਸ਼ਨ ਦੇ ਰਿਜ਼ਲਟਸ ਆਏ ਆ, ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਇਹਦਾ ਕੋਈ ਫਾਇਦਾ ਹੋਗਾ? ਕਿਉਂਕਿ ਕਾਂਗਰਸ ਦਾ ਇੱਕ ਇਹ ਵੀ ਮੈਸੇਜ ਜਾ ਰਿਹਾ ਸੀ ਕਿ ਅਗਰ ਕੇਰਲ ਔਰ ਜਿਹੜੀ ਅਸਾਮ ਔਰ ਤਾਮਿਲਨਾਡੂ ਜੇ ਤੁਹਾਡੀ ਸਰਕਾਰ ਬਣਦੀ ਹੈ ਤਾਂ ਸ਼ਾਇਦ ਰਾਹੁਲ ਗਾਂਧੀ ਦੀ ਵਾਪਸੀ ਐਜ਼ ਅ ਪਾਰਟੀ ਪ੍ਰੈਜ਼ੀਡੈਂਟ ਹੋਏਗੀ ਔਰ ਹੋ ਸਕਦਾ ਕਿ ਪੰਜਾਬ 'ਚ ਵੀ ਉਸ ਚੀਜ਼ ਦਾ ਫਾਇਦਾ ਮਿਲੇ। ਲੇਕਿਨ ਜਿਸ ਤਰ੍ਹਾਂ ਕਾਂਗਰਸ ਨੂੰ ਸੈਟਬੈਕ ਮੰਨਿਆ ਜਾਵੇ, ਸਿਰਫ ਔਰ ਸਿਰਫ ਤਾਮਿਲਨਾਡੂ 'ਚੋਂ ਵੀ ਡੀਐਮਕੇ ਦੀ ਕਿਸ਼ਤੀ 'ਚ ਬਹਿ ਕੇ ਕਿਸੇ ਤਰ੍ਹਾਂ ਜਿਹੜੀ ਕਾਂਗਰਸ ਹੈ ਉਹਨੂੰ ਪਾਵਰ ਥੋੜੀ ਬਹੁਤ ਮਿਲੀ ਹੈ। ਲੇਕਿਨ ਹੁਣ ਅਗਲੇ ਸਾਲ ਹੋਣ ਵਾਲੀ ਇਲੈਕਸ਼ਨ ਵਿੱਚ ਕਿਵੇਂ ਕਾਂਗਰਸ ਜਿਹੜੀ ਆਪਣੇ ਆਪ ਨੂੰ ਜਸਟੀਫਾਈ ਕਰ ਪਾਊਗੀ ਇਹਨਾਂ ਜਿੱਤਾਂ ਨੂੰ? ਅਸੀਂ ਬੜੀ ਗੱਲ ਕਰ ਰਹੇ ਹਾਂ ਕਿ ਬੀਜੇਪੀ ਦਾ ਨੁਕਸਾਨ ਹੋਇਆ, ਲੇਕਿਨ ਕਾਂਗਰਸ ਵੀ ਕਿਤੇ ਦਿਖ ਨਹੀਂ ਰਹੀ ਦੂਰ ਦੂਰ ਤੱਕ। ਬਿਲਕੁਲ ਜਗਦੀਪ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜੇ ਰਿਜ਼ਲਟ ਹੈ ਉਹ ਸਾਰੇ ਸਕਰੀਨ ਦੇ ਉੱਤੇ ਮੈਂ ਹੁਣ ਵੀ ਦੇਖ ਰਿਹਾ, ਮੇਰੇ ਜਿੰਨੇ ਪੈਨਲਿਸਟ ਆ ਉਹ ਵੀ ਦੇਖ ਰਹੇ ਨੇ। ਜਿੰਨਾ ਕੁ ਫਾਇਦਾ ਸਾਨੂੰ ਅਸੀਂ ਲੋਕ ਐਕਸਪੈਕਟ ਕਰ ਰਹੇ ਸੀ ਉਹਨਾਂ ਨਹੀਂ ਹੋਇਆ। ਲੇਕਿਨ ਸਾਡਾ ਜਿਹੜਾ ਚਾਹੇ ਰਾਹੁਲ ਗਾਂਧੀ ਜੀ ਹੈ ਚਾਹੇ ਸੋਨੀਆ ਗਾਂਧੀ ਜੀ ਹੈ, ਅਸੀਂ ਹੋਰ ਮਿਹਨਤ ਕਰਾਂਗੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਮੈਂ ਰੋੜੀ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਚਾਹੂੰਗਾ। ਜਿਵੇਂ ਰੋੜੀ ਸਾਹਿਬ ਨੇ ਕਿਹਾ ਹੈ ਕਿ ਮੋਦੀ ਜੀ ਮਮਤਾ ਜੀ ਤੋਂ ਕੇਜਰੀਵਾਲ ਸਾਹਿਬ ਤੋਂ ਡਰਦੇ ਹੈ। ਰੋੜੀ ਸਾਹਿਬ ਨੂੰ ਮੈਂ ਪਹਿਲਾਂ ਵੀ ਕਈ ਵਾਰੀ ਮੇਰੇ ਨਾਲ ਡਿਸਕਸ਼ਨ ਹੋਈ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੋ ਅੱਜ ਦਿੱਲੀ ਦੀ ਹਾਲਤ ਬਣੀ ਹੈ ਉਹਦੇ ਵਾਸਤੇ ਚਾਹੇ ਵੈਸਟ ਬੰਗਾਲ ਦੀ ਇਲੈਕਸ਼ਨ ਹੈ ਚਾਹੇ ਅਸਮ ਦੀ ਇਲੈਕਸ਼ਨ ਹੈ, ਉਹ ਸਾਰੇ ਇਫੈਕਟ ਆਪਾਂ ਸਾਰਿਆਂ ਨੂੰ ਨਜ਼ਰ ਆ ਰਹੇ ਹਨ। 4 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰ ਕੇਜਰੀਵਾਲ ਦੀ ਪੈਂਡੇਮਿਕ ਦੇ ਉੱਤੇ ਤਾਰੀਫ ਕਰਨੋਂ ਨਹੀਂ ਸੀ ਹਟਦੇ। ਚਲੋ ਮੈਂ ਉਹ ਟੱਚ ਇਸ ਕਰਕੇ ਕਰ ਰਿਹਾ ਜਸਟ ਫॉर 30 ਸੈਕਿੰਡ ਕਿ ਇਹਨਾਂ ਨੇ ਕੇਜਰੀਵਾਲ ਸਾਹਿਬ ਦਾ ਨਾਮ ਲਿਆ। ਕੇਜਰੀਵਾਲ ਸਾਹਿਬ ਨੇ ਇੱਕ ਕਿਸਾਨਾਂ ਦੀ ਗੱਲ ਕਰਦੇ ਆ, ਐਸੈਂਸ਼ੀਅਲ ਕਮੋਡਿਟੀ ਐਕਟ 23 ਨਵੰਬਰ 2020 ਨੂੰ ਇਹਨਾਂ ਨੇ ਲਾਗੂ ਕਰ ਦਿੱਤਾ। ਮੈਂ ਹਮੇਸ਼ਾ ਕਹਿਣਾ ਕਿ ਇਹ ਕਿਸਾਨਾਂ ਦੇ ਛਾਤੀ 'ਚ ਵੀ ਛੁਰਾ ਮਾਰਿਆ ਤੇ ਪਿੱਠ 'ਚ ਵੀ ਛੁਰਾ ਮਾਰਿਆ। ਪਾਣੀਆਂ ਦੇ ਉੱਤੇ ਕੇਜਰੀਵਾਲ ਸਾਹਿਬ ਪੰਜਾਬ ਦੀ ਗੱਲ ਨਹੀਂ ਕਰਦੇ। ਸੋ ਰੋੜੀ ਸਾਹਿਬ, ਜਿਹੜੀ ਆਮ ਆਦਮੀ ਪਾਰਟੀ ਦੀ ਸਥਿਤੀ ਹੈ ਪੰਜਾਬ ਦੇ ਵਿੱਚ ਉਹ ਡਿਫਰੈਂਟ ਹੈ, ਤੁਸੀਂ ਉਹਨੂੰ ਉਸ ਨਾਲ ਇਕੁਏਟ ਨਾ ਕਰੋ। ਮਮਤਾ ਬੈਨਰਜੀ ਨੇ ਬਿਲਕੁਲ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਜੋ ਅੱਜ ਮਮਤਾ ਬੈਨਰਜੀ ਦੀ ਜਿੱਤ ਸਾਨੂੰ ਮੰਨਣਾ ਚਾਹੀਦਾ, ਲੇਕਿਨ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜੋ ਇੱਥੇ ਵਧੀਆ ਪ੍ਰਸ਼ਾਸਨ ਦਿੱਤਾ ਹੈ, ਸਾਰਾ ਕੁਝ ਕੀਤਾ, ਉਹ ਲੋਕਾਂ ਦੇ ਸਾਹਮਣੇ ਹੈ। ਤੁਹਾਡੇ ਤੋਂ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਕਾਂਗਰਸ ਨੂੰ। ਕਾਂਗਰਸ ਦਾ ਜਿਹੜਾ ਰਿਜ਼ਲਟ 22 ਵਿੱਚ ਆਉਣਾ ਉਹ ਤੁਹਾਡੇ ਸਾਹਮਣੇ ਆ ਜਾਣਾ। ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਬਾਕੀ ਬੰਦਿਆਂ ਨੂੰ ਵੀ ਪਤਾ। ਸੋ ਇਸ ਕਰਕੇ
ਜਿਹੜੀ ਵੈਸਟ ਬੰਗਾਲ ਦੀ ਜਿੱਤ ਹੈ ਇਹਦੇ ਬਾਰੇ ਮੈਂ ਕਹਿਣਾ ਚਾਹੁੰਦਾ, ਜਿੰਨੇ ਵੀ ਬੀਜੇਪੀ ਦੇ ਸੈਂਟਰ ਦੇ ਲੀਡਰ ਨੇ, ਦੂਜੇ ਨੇ, ਸਾਰੀ ਜਿਹੜੀ ਵਿਵਸਥਾ ਸੀ ਹਿੰਦੁਸਤਾਨ ਦੀ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ, ਅਮਿਤ ਸ਼ਾਹ ਜੀ ਨੇ, ਨੱਡਾ ਸਾਹਿਬ ਨੇ, ਉਹਨਾਂ ਦੇ ਮਿਨਿਸਟਰਾਂ ਨੇ ਸਾਰਾ ਕੁਝ ਝੋਂਕ ਦਿੱਤਾ ਵੈਸਟ ਬੰਗਾਲ ਦੇ ਵਿੱਚ ਕਿ ਜੇ ਅਸੀਂ ਵੈਸਟ ਬੰਗਾਲ ਕੈਪਚਰ ਕਰ ਲਿਆ ਤਾਂ ਅਸੀਂ ਸਾਰਾ ਮੁਲਕ ਕੈਪਚਰ ਕਰ ਲਿਆ। ਇਹ ਜਿਹੜੀ ਹਾਲਾਤ ਹੈ ਬੀਜੇਪੀ ਨੇ ਉੱਥੇ ਕ੍ਰੀਏਟ ਕੀਤੇ। ਚਲੋ ਵੈਦ ਸਾਹਿਬ ਇਹਦਾ ਜਵਾਬ ਜਿਹੜਾ ਭੰਡਾਰੀ ਸਾਹਿਬ ਤੋਂ ਲੈਣ ਦੇ। ਭੰਡਾਰੀ ਸਾਹਿਬ, ਇੱਕ ਤੇ ਇਹਨਾਂ ਦਾ ਸਵਾਲ ਤੇ ਹੈ ਹੀ, ਦੂਸਰਾ ਮੇਰਾ ਸਵਾਲ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੀ ਸਟ੍ਰੈਟਜੀ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਸੀ। ਉਹਨਾਂ ਦਾ ਇੱਕ ਆਡੀਓ ਲੀਕ ਹੋਇਆ ਸੀ, ਉਹ 'ਚ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਜਿਹੜੀ ਹੈ ਬੰਗਾਲ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਜਾਏਗੀ। ਕਹਿ ਰਹੇ ਸੀ ਕਿ ਉਹਨਾਂ ਵੀ ਸਰੈਂਡਰ ਕਰ ਲਿਆ। ਹੁਣ ਭੰਡਾਰੀ ਸਾਹਿਬ, ਤੁਹਾਨੂੰ ਲੱਗਦਾ ਕਿ ਜਿਹੜਾ ਪ੍ਰਸ਼ਾਂਤ ਕਿਸ਼ੋਰ ਪੰਜਾਬ 'ਚ ਆ ਰਹੇ ਨੇ, ਕਿਉਂਕਿ ਕਹਿ ਰਹੇ ਸੀ ਕਿ 2 ਮਈ ਨੂੰ ਰਿਜ਼ਲਟ ਆਣਗੇ ਔਰ 4 ਮਈ ਤੋਂ ਉਹ ਪੰਜਾਬ 'ਚ ਬੈਠ ਜਾਣਗੇ ਅਗਲੇ 1 ਸਾਲ ਲਈ, ਹੁਣ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਫੈਕਟਰ ਜਿਹੜਾ ਹੈ ਉਹ ਉੱਥੇ ਪੰਜਾਬ 'ਚ ਕੰਮ ਕਰੇਗਾ ਜਾਂ ਬੀਜੇਪੀ ਉਹਨੂੰ ਕਿਵੇਂ ਕਾਊਂਟਰ ਕਰਨ ਵਾਲੀ ਹੈ? ਜਗਦੀਪ ਜੀ, ਇਹ ਤਾਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਜਾਂ ਪਹਿਲਾਂ ਜਿੰਨੀ ਡਿਸਕਸ਼ਨ ਹੋਈ ਆ ਉਹਦੇ ਨਾਲ ਦੋਨਾਂ ਨੂੰ ਸਮਾਵੇਸ਼ ਕਰਕੇ ਜੇ ਮੈਂ ਕਹਾਂ, ਬਾਰ-ਬਾਰ ਇਹ ਕਿਹਾ ਜਾਂਦਾ ਬੰਗਾਲ ਦੇ ਇਲੈਕਸ਼ਨ ਦਾ ਕੀ ਸੁਨੇਹਾ, ਔਰ ਬੰਗਾਲ ਤੇ ਪੰਜਾਬ ਦਾ DNA ਸੇਮ ਹੈ। ਇਹ ਵੀ ਗੱਲ ਆਈ ਹੈ। ਬੰਗਾਲ ਦੇ ਇਲੈਕਸ਼ਨ ਦਾ ਪੰਜਾਬ 'ਚ ਕਿਹਨੂੰ ਸੁਨੇਹਾ? ਬੀਜੇਪੀ ਨੂੰ ਸੁਨੇਹਾ ਕਿ ਕਾਂਗਰਸ ਨੂੰ ਸੁਨੇਹਾ? ਅਰੇ ਕਾਂਗਰਸ ਨੂੰ ਸੁਨੇਹਾ। ਇਹ ਸਾਰੇ ਇਲੈਕਸ਼ਨਾਂ ਦਾ ਜਿਹੜਾ ਸੁਨੇਹਾ ਹੈ ਉਹ ਕਾਂਗਰਸ ਨੂੰ ਹੈ। ਬੀਜੇਪੀ ਦੇ ਪੰਜਾਬ ਦੇ ਵਿੱਚ ਜਸਟ ਫॉर ਅ ਮੋਮੈਂਟ, ਥੋੜੇ ਸਮੇਂ ਲਈ ਇਹ ਗੱਲ ਕਰੋ। ਕੱਲ ਨੂੰ ਹੋ ਸਕਦਾ ਜਿਸ ਤਰੀਕੇ ਦੀ ਸਾਡੀ ਪਾਰਟੀ ਦੀ ਸਟ੍ਰੈਟਜੀ ਬਣਦੀ ਪਈ ਹੈ, ਅਸੀਂ ਪਤਾ ਨਹੀਂ ਕਿਹੜੇ ਰੂਪ 'ਚ ਪੰਜਾਬ 'ਚ ਆਣਾ। ਜਸਟ ਫॉर ਅ ਮੋਮੈਂਟ ਬੀਜੇਪੀ ਦਾ ਪੋਲੀਟੀਕਲ ਸਟੇਕ ਸੀਗਾ। ਕਿਹਦੇ ਸਟੇਕਸ ਹੈ ਇੱਥੇ? ਕਾਂਗਰਸ ਦੇ ਸੁਨੇਹਾ ਤਾਂ ਇਹਨਾਂ ਨੂੰ ਹੈ। ਹਰ ਥਾਂ ਤੇ ਲੂਜ਼ ਕਰ ਰਹੇ ਹੈ। ਔਰ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਕਿ ਤਾਮਿਲਨਾਡੂ 'ਚ DMK ਦੀ ਕਿਸ਼ਤੀ 'ਚ ਬਹਿ ਕੇ ਇੰਨਾ ਕਾ ਗਏ, ਅਦਰਵਾਈਜ਼ ਹਾਲਤ ਤੁਹਾਡੇ ਸਾਹਮਣੇ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਪ੍ਰਸ਼ਾਂਤ ਕਿਸ਼ੋਰ ਵਾਲੀ, ਦੇਖੋ ਉਹ ਇੱਕ ਸਰਵਿਸ ਏਜੰਸੀ ਹੈ, ਠੀਕ ਹੈ। ਉਹਨਾਂ ਨੇ ਆਪਣਾ ਕੰਮ ਕਰਨਾ, ਉਹ ਕਰ ਰਹੇ ਹੈ, ਔਰ ਉਹਨਾਂ ਦਾ ਕੰਮ ਕਰਨ ਦਾ ਢੰਗ ਹੈ ਉਹਦੇ ਹਿਸਾਬ ਨਾਲ ਚੱਲ ਰਹੇ ਹੈ। ਉਹ 4-5 ਸਟੇਟਾਂ 'ਚ ਹੋ ਸਕਦਾ ਕਹਿ ਸਕਦੇ ਜੀ ਮੋਦੀ ਸਾਹਿਬ ਦਾ ਪਹਿਲਾ ਇਲੈਕਸ਼ਨ ਸੀ, ਉਹ ਜੀ ਇੱਧਰੋਂ ਕੀ ਨਾਂ ਸੀ ਨਤੀਸ਼ ਕੁਮਾਰ ਜੀ ਦਾ ਸੀਗਾ, ਇੱਧਰੋਂ ਮਮਤਾ ਬਨਰਜੀ ਦਾ, ਹੁਣ ਅਮਰਿੰਦਰ ਸਿੰਘ ਦੇ ਪਹਿਲੇ ਇਲੈਕਸ਼ਨ 'ਚ ਹੁਣ 'ਚ ਆ ਗਏ ਆ। ਇਹਨਾਂ 'ਚ ਕਾਮਨ ਫੈਕਟਰ ਦੇਖੋ ਕੀ ਹੈ। ਕਾਮਨ ਫੈਕਟਰ ਮੇਰੀ ਅਸੈਸਮੈਂਟ ਹੈ, ਯੂ ਮੇ ਨਾਟ ਐਗਰੀ, ਯੂ ਹੈਵ ਐਵਰੀ ਰਾਈਟ ਟੂ ਡਿਸਐਗਰੀ ਵਿਦ ਮੀ। ਮੇਰੀ ਅਸੈਸਮੈਂਟ ਹੈ ਕਿ ਆਮ ਤੌਰ ਤੇ ਜਿਹੜਾ ਕਿ ਇਸ ਵਾਰ ਫੇਲ ਹੋਊਗਾ, ਆਮ ਤੌਰ ਤੇ ਪ੍ਰਸ਼ਾਂਤ ਕਿਸ਼ੋਰ ਆਪਣੀ ਸਰਵਿਸ ਦੇਣ ਤੋਂ ਪਹਿਲਾਂ ਸੋਚਦਾ ਕਿ ਇਸ ਘਰ ਨੂੰ ਸਰਵਿਸ ਦੇਵਾਂ ਕਿ ਨਾ ਦੇਵਾਂ। ਜੀ ਬਿਲਕੁਲ। ਬਰਾੜ ਸਾਹਿਬ ਤੋਂ ਚੱਲਦੇ ਹਾਂ ਜੀ। ਬਰਾੜ ਸਾਹਿਬ, ਸਭ ਤੋਂ ਵੱਡਾ ਤੇ ਅਹਿਮ ਸਵਾਲ ਹੈ ਕਿ ਜੋ ਕਾਂਗਰਸ ਦਾ ਅੰਦਰੂਨੀ ਕਲੇਸ਼ ਚੱਲ ਰਿਹਾ ਹੈ, ਕਾਂਟੋ ਕਲੇਸ਼ ਜੋ ਚੱਲ ਰਿਹਾ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ, ਲਗਾਤਾਰ ਇੱਕ ਦੂਜੇ ਤੇ ਵਾਰ ਕੀਤੇ ਜਾ ਰਹੇ ਨੇ। ਕੀ ਲੱਗਦਾ ਹੈ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਕੋਈ ਲਾਹਾ ਮਿਲਣ ਵਾਲਾ ਹੈ 2022 ਦੇ ਵਿੱਚ? ਦੇਖੋ, ਮੈਂ ਇੱਕ ਬੇਨਤੀ ਕਰਾਂ ਕਿ ਨਵਜੋਤ ਸਿੰਘ ਸਿੱਧੂ ਤੇ ਜਿਹੜੀ ਪ੍ਰਗਟ ਸਿੰਘ ਵਗੈਰਾ ਹੁਣ ਇਕੱਠੇ ਬੋਲਣ ਲੱਗੇ ਹੈ, ਇਹ ਸਿਰਫ ਤੇ ਸਿਰਫ ਇਹ ਸੋਚ ਰਹੇ ਹੈ ਕਿ ਜਿਹੜੀ ਕਾਂਗਰਸ ਹੈ ਉਹ ਹੁਣ ਡਿੱਗ ਰਹੀ ਹੈ ਤੇ ਸਾਨੂੰ ਹੁਣ ਨਵੇਂ ਸਹਾਰੇ ਜਾਂ ਨਵੇਂ ਮੋਢੇ ਦੀ ਲੋੜ ਹੈ। ਕਿਉਂਕਿ ਇਹ ਮੈਨੂੰ ਕਹਿਣਾ ਨਹੀਂ ਚਾਹੀਦਾ ਕਿਸ ਤਰ੍ਹਾਂ ਦੀ ਪਾਵਰ ਗ੍ਰੈਬ ਕਰਨ ਲਈ ਕਿਸੇ ਹੱਦ ਤੱਕ ਵੀ ਬੰਦਾ ਜਾ ਸਕਦਾ, ਕਿਸੇ ਨੂੰ ਕੁਝ ਕਹਿ ਸਕਦਾ, ਕਿਸੇ ਨੂੰ ਕੁਝ ਕਹਿ ਸਕਦਾ। ਇਹ ਬੜਾ ਕੁਝ ਜਿਹੜਾ ਹੈਗਾ ਮੀਡੀਆ ਡਿਬੇਟ ਦੇ ਵਿੱਚ ਜਾਂ ਮਤਲਬ ਮੀਡੀਆ ਦੇ ਵਿੱਚ ਹੈਗਾ। ਮੇਰੇ ਕਹਿਣ ਦੀ ਲੋੜ ਨਹੀਂ ਹੈ ਕਿ ਸਮੇਂ-ਸਮੇਂ ਤੇ ਕਿਹਨੂੰ ਕਿਵੇਂ ਬਦਲਦਾ ਰਿਹਾ ਜਾਂ ਕੀ ਗੱਲਾਂ ਕਰਦਾ ਰਿਹਾ। ਇਸ ਕਰਕੇ ਕਾਂਗਰਸ ਦੇ ਵਿੱਚ ਇਕੱਲਾ ਨਵਜੋਤ ਸਿੱਧੂ ਜਾਂ ਪ੍ਰਗਟ ਸਿੰਘ ਹੀ ਨਹੀਂ ਹੈ। ਰਾਤ ਨੂੰ 11 ਵਜੇ ਫੈਸਲਾ ਮੁੱਖ ਮੰਤਰੀ ਪੰਜਾਬ ਕਰਦੇ ਆ ਕਿ ਕੱਲ ਤੋਂ ਮੈਂ MLAs ਦੀ ਮੀਟਿੰਗ ਕਰਨੀ ਹੈ। ਸਾਰੇ ਪੰਜਾਬ ਦੇ ਕਾਂਗਰਸ ਦੇ ਜਿਹੜੇ MLA ਆ ਉਹ ਤੜਫ ਰਹੇ ਆ ਕਿ ਪਿੰਡਾਂ 'ਚ ਵੜਨ ਲਈ ਕੋਈ ਥਾਂ ਨਹੀਂ ਲੱਭਦੀ, ਇਹਦੇ ਲਈ ਕੋਈ ਤਰੀਕਾ ਦੱਸੋ। ਤੇ ਤਰੀਕਾ ਕੱਲਾ ਇਹ ਵਿਕਾਸ ਦੇ ਮੁੱਦੇ ਤੇ ਤਾਂ ਜਾ ਨਹੀਂ ਸਕਦੇ ਤੇ ਨਾ ਹੀ ਜਿਹੜਾ ਕੋਈ ਗੁਟਕਾ ਸਾਹਿਬ ਹੱਥ 'ਚ ਫੜ ਕੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਸ ਮੁੱਦਿਆਂ ਤੇ ਜਾ ਸਕਦੇ ਆ। ਇੱਕੋ ਹੀ ਇਹਨਾਂ ਕੋਲੇ ਇੱਕੋ ਫੰਡਾ ਸਾਰੇ ਪੰਜਾਬ ਦੇ ਕਾਂਗਰਸ ਦੇ MLA ਤੇ ਲੀਡਰਾਂ ਕੋਲੇ ਕਿ ਬਾਦਲਾਂ ਨੂੰ ਫੜ ਕੇ ਅੰਦਰ ਦੇ ਦਿਓ, ਫਿਰ ਅਸੀਂ ਸ਼ਾਇਦ ਇਲੈਕਸ਼ਨ 'ਚ ਜਾ ਵੜਾਂਗੇ। ਇਸ ਕਰਕੇ ਕਾਨੂੰਨ 2 ਤੇ 2 4 ਵਾਲਾ ਹੁੰਦਾ, ਦੇਰ ਹੋ ਸਕਦੀ ਹੈ, ਅੰਧੇਰ ਨਹੀਂ ਹੈਗਾ ਫਿਰ ਵੀ। ਇਸ ਕਰਕੇ ਨੁਕਸਾਨ ਕਾਂਗਰਸ ਦਾ
ਪਹਿਲਾਂ ਹੀ ਹੋ ਚੁੱਕਿਆ ਹੈ। ਕੱਲਾ ਇਹ ਨਹੀਂ ਵੀ ਪ੍ਰਗਟ ਸਿੰਘ ਦੇ ਬਾਹਰ ਜਾਣ ਨਾਲ ਜਾਂ ਦੂਸਰਾ ਤੀਸਰਾ, ਕਿਉਂਕਿ ਜਦੋਂ ਤੁਸੀਂ ਇੰਨੇ ਵੱਡੇ ਵਾਅਦੇ ਕਰ ਦਿੰਦੇ ਹੋ, ਐਡੀਆਂ ਵੱਡੀਆਂ ਗੱਲਾਂ ਕਰ ਦਿੰਦੇ ਹੋ ਜਿਹੜੀਆਂ ਕਿ ਪਰਮਾਤਮਾ ਵੀ ਪੂਰੀਆਂ ਨਹੀਂ ਕਰ ਸਕਦਾ, ਤੇ ਇੱਕ ਸਰਕਾਰ ਕਿਵੇਂ ਕਰ ਸਕਦੀ ਹੈ। ਇਸ ਕਰਕੇ ਨੁਕਸਾਨ ਕਾਂਗਰਸ ਦਾ ਵਕਤ ਪਿਆ। ਔਰ ਜੇ ਅੱਜ ਕਿਸੇ ਖੁਸ਼ਫਹਿਮੀ 'ਚ ਰਹਿਣ ਕਿ ਉਹ ਸ਼ੇਖ ਚਿਲੀ, ਮੈਂ ਤਾਂ ਕਹੂੰਗਾ ਪ੍ਰਸ਼ਾਂਤ ਕਿਸ਼ੋਰ ਨੂੰ, ਕਿ ਜਿਹੜੇ ਨਵੇਂ ਝੂਠ ਬਲਵਾ ਕੇ ਕਾਂਗਰਸ ਤੋਂ ਵੀ ਸ਼ਾਇਦ ਅਸੀਂ ਦੁਬਾਰਾ ਸਰਕਾਰ ਬਣਾ ਜਾਾਂਗੇ, ਇਹ ਹਰਗਜ਼ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਜੇ ਇਹ ਨਵੀਂ ਨੀਤੀ ਸਮਝਦੇ ਆ ਪ੍ਰਸ਼ਾਂਤ ਕਿਸ਼ੋਰ ਦੀ, ਤੇ ਪੰਜਾਬ ਇੱਕ ਉਹ ਸੂਬਾ ਹੈ ਜਿੱਥੋਂ ਹਰ ਚੀਜ਼ ਨਵੇਂ ਸਿਰੋਂ ਹੀ ਹੁੰਦੀ ਹੈ। ਜੇ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਨਾ ਕਿ ਮੇਰੀ ਰਣਨੀਤੀ ਕਦੇ ਹਾਰੀ ਨਹੀਂ, ਤਾਂ ਪੰਜਾਬ ਦੇ ਇਲੈਕਸ਼ਨ ਤੇ ਐਲਾਨ ਕਰਕੇ ਵਿਖਾਵੇ। ਇਹਨੂੰ ਰਾਜਨੀਤੀ ਛੱਡਣੀ ਹੀ ਪਊਗੀ, ਕਿਉਂਕਿ ਪੰਜਾਬ ਹੀ ਹਮੇਸ਼ਾ ਸਭ ਤੋਂ ਪਹਿਲਾਂ ਬਦਲਾਅ ਲੈ ਕੇ ਆਉਂਦਾ। ਇਸ ਕਰਕੇ ਪੰਜਾਬ 'ਚ ਕਾਂਗਰਸ ਦਾ ਨੁਕਸਾਨ ਹੋਣਾ ਤੈਅ ਹੈ। ਔਰ ਸ਼੍ਰੋਮਣੀ ਅਕਾਲੀ ਦਲ ਬੜੀ ਤਕੜਾ ਹੋ ਕੇ ਕਾਂਗਰਸ ਨੂੰ ਹਰ ਗੱਲ ਦਾ ਜਵਾਬ ਦੇ ਰਿਹਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਵੇਗਾ। ਜਿਵੇਂ ਜਿਵੇਂ ਆ ਬਿਮਾਰੀ ਤੋਂ ਨਿਕਲਾਂਗੇ, ਬਿਮਾਰੀ ਚੋਂ ਫੇਲ, ਵਾਅਦਿਆਂ ਤੋਂ ਫੇਲ, ਵਾਲੀ ਗੱਲ ਹੋਏਗੀ ਕਿ ਪ੍ਰਸ਼ਾਂਤ ਕਿਸ਼ੋਰ ਫੈਕਟਰ ਜਿਹੜਾ ਹੈ ਮੁੱਖ ਮੰਤਰੀ ਨੂੰ ਦੇਖੇ ਨੂੰ ਕਿੰਨਾ ਚੱਲੂਗਾ। ਵੈਸਟ ਬੰਗਾਲ ਤੇ ਚੱਲ ਹੀ ਗਿਆ, ਕਿਉਂਕਿ ਅਜਿਹਾ ਕਿਹਾ ਜਾ ਰਿਹਾ ਸੀ ਕਿ ਵੈਸਟ ਬੰਗਾਲ 'ਚ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਜਿਹੜੇ ਆ ਉਹ ਕ੍ਰਿਸ਼ਮਾ ਨਹੀਂ ਕਰ ਪਾਣਗੇ, ਲੇਕਿਨ ਉਹਦਾ ਅਸਰ ਜਿਹੜਾ ਦੇਖ ਗਿਆ। ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਪੰਜਾਬ 'ਚੋਂ ਕੀ ਕਹਿੰਦੇ ਆ। ਵੈਦ ਸਾਹਿਬ, ਮੈਂ ਦੁਬਾਰਾ ਤੁਹਾਡੇ ਕੋਲ ਵਾਪਸ ਆਊਂਗਾ। ਰਿਜ਼ਲਟ ਜਿਹੜੇ ਆ ਬਾਹਰ ਆ ਗਏ, ਲੇਕਿਨ ਜੇ ਆਪਾਂ ਬੀਜੇਪੀ ਦੀ ਗੱਲ ਕਰ ਰਹੇ ਹਾਂ ਤੇ ਕਾਂਗਰਸ ਦਾ ਵੀ ਹਾਲ ਕੋਈ ਬਹੁਤ ਵਧੀਆ ਨਹੀਂ ਹੈ, ਕਿਉਂਕਿ ਵੈਸਟ ਬੰਗਾਲ 'ਚ ਸੀਪੀਐਮ ਦੇ ਨਾਲ ਮਿਲ ਕੇ ਇਲੈਕਸ਼ਨ ਲੜਨੀ ਔਰ ਉਸ ਦੇ ਬਾਵਜੂਦ ਇੰਨੀ ਬੁਰੀ ਤਰ੍ਹਾਂ ਹਾਰ ਹੋਣੀ। ਕੀ ਲੱਗਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਵਾਪਸ ਆ ਕੇ ਇੱਥੇ ਕ੍ਰਿਸ਼ਮਾ ਕਰ ਪਾਣਗੇ? ਔਰ ਦੂਸਰਾ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕਿਸਾਨ ਕੈਂਪੇਨਿੰਗ ਕਰ ਰਹੇ ਸੀ ਉਹ ਪੰਜਾਬ 'ਚ ਆ ਕੇ ਕਾਂਗਰਸ ਦੇ ਹੱਕ 'ਚ ਭੁਗਤਣਗੇ ਜਾਂ ਕਾਂਗਰਸ ਦੇ ਅਗੇਂਸਟ ਆਣਗੇ? ਕਿਉਂਕਿ ਬਾਰ-ਬਾਰ ਜਿਹੜੇ ਕਿਸਾਨ ਹੈ ਉਹ ਲਗਾਤਾਰ ਕਹਿ ਰਹੇ ਆ ਕਿ ਜੇ ਸੈਂਟਰ ਸਰਕਾਰ ਉਹਨਾਂ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਹੈ ਤੇ ਪੰਜਾਬ ਸਰਕਾਰ ਨੇ ਬਹੁਤ ਜ਼ਿਆਦਾ ਉਹਨਾਂ ਲਈ ਕੁਝ ਕੀਤਾ ਨਹੀਂ ਹੈ, ਤੇ ਲੱਗਦਾ ਹੈ ਕਿ ਕਿਸਾਨਾਂ ਦਾ ਗੁੱਸਾ ਜਿਹੜਾ ਹੈ ਕਾਂਗਰਸ ਨੂੰ ਪੰਜਾਬ 'ਚ ਦੇਖਣਾ ਪਏਗਾ। ਜਗਦੀਪ ਜੀ, ਬਿਲਕੁਲ ਇਹ ਸੱਚ ਹੈ ਕਿ ਜਿਹੜੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਵੈਸਟ ਬੰਗਾਲ 'ਚ ਜਾ ਕੇ ਪ੍ਰਚਾਰ ਕੀਤਾ। ਇਹ ਸਾਡੇ ਜਿਹੜੇ ਕਿਸਾਨ ਵੀਰ ਨੇ, ਬਿਲਕੁਲ ਉਹਨਾਂ ਦਾ ਜਿਹੜਾ ਕੋਈ ਵੀ ਗੱਲ ਕਹੀ ਹੋਈ ਉਹ ਬਿਲਕੁਲ ਸਿਰ ਮੱਥੇ ਹੈ। ਉਹ ਕਿਹਦੇ ਖਿਲਾਫ ਪ੍ਰਚਾਰ ਕਰਦੇ ਆ, ਕਿਹਦੇ ਖਿਲਾਫ ਨਹੀਂ ਕਰਦੇ, ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਹ ਗੱਲਾਂ ਕਰਦੇ ਨੇ ਕਿ ਨਵਜੋਤ ਸਿੱਧੂ ਜਾਂ ਸਰਦਾਰ ਪ੍ਰਗਟ ਸਿੰਘ ਦੀ ਗੱਲ ਵੀ ਇੱਥੇ ਹੋਈ। ਸ਼੍ਰੋਮਣੀ ਅਕਾਲੀ ਦਲ ਦੇ 17 ਵੱਡੇ ਨੇਤਾ, ਜਿਨ੍ਹਾਂ ਦੇ ਵਿੱਚ ਢੀਂਡਸਾ ਸਾਹਿਬ ਵੀ ਨੇ, ਬ੍ਰਹਮਪੁਰਾ ਸਾਹਿਬ ਵੀ ਨੇ, ਸੇਖਵਾ ਸਾਹਿਬ ਵੀ ਨੇ, ਬਾਕੀ ਹੋਰ ਲੀਡਰ ਨੇ, ਉਹ ਸਾਰੇ ਪਾਰਟੀ ਛੱਡ ਕੇ ਜਾ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਇਹਨਾਂ ਦੇ 2 ਫਾਈਨਾਂਸ ਮਿਨਿਸਟਰ ਸਰਦਾਰ ਮਨਪ੍ਰੀਤ ਸਿੰਘ ਬਾਦਲ ਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਉਹ ਅਕਾਲੀ ਦਲ ਚੋਂ ਬਾਹਰ ਹੋ ਚੁੱਕੇ ਨੇ। ਮੈਂ ਔਨ ਰਿਕਾਰਡ ਕਹਿਣਾ ਕਿ ਅਸੀਂ ਕੋਈ ਖੁਸ਼ਫਹਿਮੀ ਨਹੀਂ ਪਾਲ ਰਹੇ। ਕਾਂਗਰਸ ਪਾਰਟੀ ਦਾ ਹਰ ਐਮਐਲਏ ਮਿਹਨਤ ਕਰਦਾ ਹੈ। ਅਸੀਂ ਮਿਹਨਤ ਕਰਕੇ ਲੋਕਾਂ ਦੇ ਕੋਲੇ ਵੋਟਾਂ ਮੰਗਣ ਜਾਵਾਂਗੇ। ਜਿਹੜੀ ਇਹਨਾਂ ਦੀ ਗੱਲ ਕਹਿੰਦੇ ਕਿ ਪਿੰਡਾਂ ਦੇ ਵਿੱਚ ਰੋੜੀ ਸਾਹਿਬ ਨੇ ਵੀ ਆ ਕਾਂਗਰਸੀ ਐਮਐਲਏ ਨਹੀਂ ਜਾਂਦੇ, ਉਹ ਯਾਰ ਸੱਚ ਬੋਲਿਆ ਕਰੋ। ਜਿਹੜੀ ਚੀਜ਼ ਪ੍ਰਤੱਖ ਹੈ ਉਹਨੂੰ ਪ੍ਰਮਾਣ ਦੀ ਲੋੜ ਨਹੀਂ ਹੈ। ਹਰ ਪਿੰਡ ਦੇ ਵਿੱਚ ਕਾਂਗਰਸ ਦਾ ਐਮਐਲਏ ਬਹੁਤ ਮਜ਼ਬੂਤ ਹੈ। ਲੋਕਾਂ ਤੱਕ ਅਸੀਂ ਪਹੁੰਚੇ ਹੋਏ ਹਾਂ। ਸਾਡੀਆਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਪਾਲਿਸੀਜ਼ ਨੇ ਉਹ ਪਹੁੰਚੀਆਂ ਹੋਈਆਂ ਨੇ। ਜਿੱਥੋਂ ਤੱਕ ਸਬੰਧ ਹੈ, ਜਿਹੜੀ ਬਰਾੜ ਸਾਹਿਬ ਨੇ ਗੱਲ ਕਹੀ ਕਿ ਐਮਐਲਏ ਨੂੰ ਬੁਲਾ ਕੇ ਪੁੱਛਦੇ ਆ, ਹਰ ਇੱਕ ਪਾਰਟੀ ਦਾ ਅਸੂਲ ਹੈ। ਹਰ ਸ਼੍ਰੋਮਣੀ ਅਕਾਲੀ ਦਲ ਵੀ ਕਰਦੀ ਹੈ, ਆਮ ਆਦਮੀ ਪਾਰਟੀ ਵੀ ਕਰਦੀ ਹੈ। ਜਿਹੜਾ ਉਹਨਾਂ ਦਾ ਹੈੱਡ ਹੁੰਦਾ ਉਹ ਆਪਣੇ ਪਾਰਟੀ ਵਰਕਰਸ ਨਾਲ, ਆਪਣੇ ਐਮਐਲਏਜ਼ ਨਾਲ ਮੀਟਿੰਗਾਂ ਕਰਦਾ, ਉਹਨਾਂ ਦੀਆਂ ਸੁਜੈਸ਼ਨਸ ਲੈਂਦਾ। ਕੁਝ ਸੁਜੈਸ਼ਨ ਚੰਗੀਆਂ ਹੁੰਦੀਆਂ ਨੇ, ਹੋ ਸਕਦਾ ਕੁਝ ਸੁਜੈਸ਼ਨ ਸੁਣਨ ਵਾਲਿਆਂ ਨੂੰ ਨਾ ਚੰਗੀਆਂ ਲੱਗਦੀਆਂ ਹੋਣ। ਇਸ ਕਰਕੇ ਪੰਜਾਬ ਦੇ ਵਿੱਚ ਸਾਡੇ ਕਿਸਾਨ ਵੀਰਾਂ ਦਾ ਬਿਲਕੁਲ ਇੱਥੇ ਜਿਹੜੀ ਜਗਦੀਪ ਹੋਰਾਂ ਨੇ ਗੱਲ ਕਹੀ ਹੈ ਉਹਦਾ ਇਫੈਕਟ ਆਏਗਾ, ਜ਼ਰੂਰ ਆਏਗਾ। ਇਹ ਹੁਣ ਸਾਡੀਆਂ ਕਿਸਾਨ ਜਥੇਬੰਦੀਆਂ ਤੈਅ ਕਰਨਗੀਆਂ, ਸਾਡੇ ਕਿਸਾਨ ਜਥੇਬੰਦੀ ਸਮਝੇਗੀ। ਜਿਹੜੀ ਬੀਜੇਪੀ ਨੇ ਗੱਲ ਕੀਤੀ ਹੈ ਜੀ ਜਗਦੀਪ ਜੀ, ਬੀਜੇਪੀ ਸਾਹਿਬ ਨੇ ਗੱਲ ਕੀਤੀ ਹੈ, ਆਪਣੀ ਭੰਡਾਰੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਬੀਜੇਪੀ ਦਾ ਜੋ ਗ੍ਰਾਫ ਪੰਜਾਬ ਦੇ ਵਿੱਚ ਹੈ, ਜੋ ਹਿੰਦੁਸਤਾਨ 'ਚ ਡਿੱਗ ਰਿਹਾ ਹੈ, ਜਿਵੇਂ ਮਿਸਟਰ ਜਗਦੀਪ ਸੰਧੂ ਨੇ ਕਿਹਾ ਵਾਟਰਲੂ ਦੀ ਗੱਲ ਕੀਤੀ ਹੈ, ਬਿਲਕੁਲ ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਹੋਇਆ ਕਿ ਇੱਥੇ ਬੀਜੇਪੀ ਦਾ ਡਾਊਨਫਾਲ ਆਲਰੇਡੀ ਸਟਾਰਟ ਹੋਇਆ ਹੈ। ਭੰਡਾਰੀ ਸਾਹਿਬ, ਕਰਨਾਟਕਾ ਦੇ ਵਿੱਚ ਤੁਸੀਂ ਕਰਪਟ ਪ੍ਰੈਕਟਿਸਿਸ ਦੇ ਨਾਲ ਸਰਕਾਰ ਬਣਾਈ, ਕਰਪਟ ਪ੍ਰੈਕਟਿਸ ਦੇ ਨਾਲ ਤੁਸੀਂ ਐਮਪੀ ਦੀ ਸਰਕਾਰ ਤੋੜੀ। ਸੋ ਇਹ ਕਰਪਟ ਪ੍ਰੈਕਟਿਸ ਦੇ ਨਾਲ ਤੁਸੀਂ 4-5 ਵੈਸਾ ਡਾਊਨਫਾਲ ਚਾਹੇ ਗਿਆ ਹੋਇਆ ਬੀਜੇਪੀ ਦਾ, ਪਰ ਪਹਿਲੀ ਵਾਰ ਉਹ ਵਿਧਾਨ ਸਭਾ ਚੋਣਾਂ ਅਲੱਗ ਲੜ ਰਹੇ ਨੇ ਤੇ ਜਿਸ ਦਾ ਫਾਇਦਾ ਉਹ ਚੁੱਕ ਵੀ ਸਕਦੇ ਨੇ। ਉਹ ਕਿਸ ਤਰ੍ਹਾਂ ਚੁੱਕ ਸਕਦੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਕਾਂਗਰਸ ਦੇ ਵਿੱਚ ਵੀ ਅੰਦਰੂਨੀ ਕਲੇਸ਼ ਹੈ
ਤੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਵੀ ਅੰਦਰੂਨੀ ਕਲੇਸ਼ ਹੈ, ਕਿਉਂਕਿ ਉਹਨਾਂ ਦੇ ਵੀ ਖਹਿਰਾ ਸਾਹਿਬ ਧੜਾ ਜਿਹੜਾ ਵੱਖ ਹੋ ਚੁੱਕਾ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਢੀਂਡਸਾ ਸਾਹਿਬ ਵੱਖ ਹੋ ਚੁੱਕੇ ਨੇ। ਇਹਦਾ ਫਾਇਦਾ ਇੱਕ ਹੀ ਬੰਦਾ ਚੁੱਕ ਸਕਦਾ, ਇੱਕ ਪਾਰਟੀ ਚੁੱਕ ਸਕਦੀ ਹੈ, ਉਹ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ। ਔਲਖ ਸਾਹਿਬ, ਬੀਜੇਪੀ ਨੂੰ ਤਾਂ ਲੋਕਾਂ ਨੇ ਉੱਥੇ ਖੰਗਣ ਨਹੀਂ ਦੇਣਾ। ਬੀਜੇਪੀ ਕਿੱਥੇ ਜਾ ਕੇ ਕੰਪੇਨ ਕਰਨਗੇ? ਜੋ ਬੀਜੇਪੀ ਨੇ ਪੰਜਾਬ ਦਾ, ਪੰਜਾਬੀਆਂ ਦਾ, ਸਿੱਖੀ ਦਾ ਬੁਰਾ ਹਾਲ ਕੀਤਾ ਹੈ, ਉਹ ਪੂਰੀ ਵਰਲਡ ਹਿਸਟਰੀ ਨੋਟ ਹੋ ਗਿਆ। ਇਹ ਬੀਜੇਪੀ ਦੀ ਕਿਹੜੀ ਗੱਲਾਂ ਦੀ ਵਿੱਚ ਬੀਜੇਪੀ ਨੇ ਪਹਿਲਾਂ ਕਦੋਂ ਸਰਕਾਰ ਬਣਾਈ ਹੈ? ਸਿੱਖ ਧਰਮ ਨੂੰ ਤਾਂ ਛੱਡਦੇ ਹੋ। ਵੈਦ ਸਾਹਿਬ ਭੰਡਾਰੀ ਸਾਹਿਬ ਤੋਂ ਇਸ ਗੱਲ ਦਾ ਜਵਾਬ ਲੈ ਲੈਣੇ ਆ। ਭੰਡਾਰੀ ਸਾਹਿਬ ਮੇਰਾ ਇੱਕ ਸਵਾਲ ਹੈ ਕਿ ਜਿਹੜੀ ਸਟ੍ਰੈਟਜੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਮਾਸਟਰ ਸਟ੍ਰੈਟਜੀ ਬਣਾਈ ਜਾ ਰਹੀ ਹੈ ਪੰਜਾਬ ਲਈ, ਕੀ ਜਿਹੜੇ ਆ ਸਪਲਿੰਟਰ ਗਰੁੱਪ ਹੈ ਜਾਂ ਕਾਂਗਰਸ ਦੇ ਜਿਹੜੇ ਰੈਬਲਸ ਹੈ ਜਾਂ ਗੱਲ ਕਰੀਏ ਬਾਕੀ ਪਾਰਟੀ ਦੇ ਰੈਬਲ ਹੈ, ਕਿ ਬੀਜੇਪੀ ਉਹਨਾਂ ਨੂੰ ਆਪਣੇ ਪਲੇਟਫਾਰਮ ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ? ਦੇਖੋ ਇੱਦਾਂ ਜਗਦੀਪ ਜੀ, ਸੁਣੋ, ਲੋग क्या अकाली दल तो खुश है? लोग क्या कांग्रेस तो खुश है? लोग क्या बीजेपी भी खुश है? लेकिन बीजेपी तो बिल्कुल खुश नहीं पंजाब दे लोग ना, ये ਤੁਸੀਂ ਮੰਨਦੇ ਹੋ। ਮੈਨੂੰ ਜੋ ਜਵਾਬ ਦੇਣ ਦਿਓ, ਤੁਸੀਂ ਪ੍ਰਸ਼ਨ ਕੀਤਾ, क्या कांग्रेस तो खुश है, क्या अकाली दल तो खुश है, क्या आप ਦੀ ਲੀਡਰਸ਼ਿਪ 'ਚ ਅਦਰਵਾਈਜ਼ ਆਪ ਇੱਥੇ ਕੋਈ ਪੱਲੇ ਹੈ? ਉਹ ਜੋ ਸਥਿਤੀਆਂ ਆਪ ਦੀਆਂ ਇਸ ਵੇਲੇ ਹੈ ਮਿਊਨਿਸਪਲ ਕਾਰਪੋਰੇਸ਼ਨ 'ਚ ਚੌਥੇ ਨੰਬਰ ਤੇ ਆਏ ਹੈ ਜੀ। ਅਰੇ ਇਹਨਾਂ ਸਾਰੇ ਤੋਂ ਖੁਸ਼ ਨਹੀਂ ਤੇ ਹੁਣ ਬੀਜੇਪੀ ਕਿਉਂ ਨਾ ਟਰਾਈ ਕਰੇ ਜੀ? ਜੀ ਬਿਲਕੁਲ ਭੰਡਾਰੀ ਸਾਹਿਬ, ਜੇਕਰ ਕਾਂਗਰਸ ਤੋਂ ਨਹੀਂ ਖੁਸ਼, ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਖੁਸ਼, ਤਾਂ ਖੁਸ਼ ਬੀਜੇਪੀ ਤੋਂ ਵੀ ਨਹੀਂ ਹੈ, ਕਿਉਂਕਿ 2.5-3 ਮਹੀਨਿਆਂ ਤੋਂ 4 ਮਹੀਨੇ ਤੋਂ ਲਗਾਤਾਰ ਕਿਸਾਨ ਬੈਠੇ ਨੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਰੇ ਹੀ ਜਿੰਨੇ ਨੁਮਾਇੰਦੇ ਸਾਡੇ ਨਾਲ ਜੁੜੇ ਸੀਗੇ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਭੰਡਾਰੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਚਰਨਜੀਤ ਬਰਾੜ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਨਾਲ ਸਾਡੇ ਨਾਲ ਕੁਲਦੀਪ ਸਿੰਘ ਵੈਦ ਜੁੜੇ ਸੀਗੇ, ਉਹਨਾਂ ਦਾ ਵੀ ਧੰਨਵਾਦ, ਤੇ ਨਾਲ ਜੈ ਕਿਸ਼ਨ ਰੋੜੀ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਹ ਅਹਿਮ ਜੋ ਅੱਜ ਦਾ ਅਸੀਂ ਮੁੱਦਾ ਸੀਗਾ ਉਹ ਇਸੇ ਤੇ ਸੀਗਾ ਕਿ ਵੈਸਟ ਬੰਗਾਲ ਦੇ ਵਿੱਚ TMC ਜੋ ਹੈ ਲਗਾਤਾਰ 200 ਸੀਟਾਂ ਤੋਂ ਪਾਰ ਕਰ ਚੁੱਕੀ ਹੈ, ਤੇ ਕੀ ਇਸ ਦਾ ਜੋ ਅਸਰ ਹੈ ਪੰਜਾਬ ਦੇ ਵਿੱਚ 2022 ਦੀਆਂ ਸੀਟਾਂ ਜੋ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਆਉਣ ਵਿੱਚ ਦਿਖੇਗਾ ਜਾਂ ਨਹੀਂ।